ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਬਿਹਾਗੜਾ ਚੌਕ ਦੇ ਮਹੱਲਾ ਪੰਜਵਾ। ਘਰ ਦੂਜੇ ਦੇ ਦੂਤਨ ਸੰਗਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਦੂਜੇ ਦੇ ਘਰ ਸਾਰੀਆਂ ਪੋਥੀਆਂ 'ਚ ਦੱਦਾ ਲਿਖਿਆ ਹੈ। ਦੋਨੇ ਸਾਹਿਬ ਵਾਲੇ ਸਰੂਪ ਦੇ ਨਾਲ ਕਿ ਸੋਧੀ ਹੋਵੇ ਤਾਂ ਉਹਦੇ ਦੂਜੇ ਦੇ ਜੇ ਹੈ ਤਾਂ ਠੀਕ ਹੈ, ਜੇ ਨਹੀਂ ਦੱਦਾ ਅੱਖਰ ਤਾਂ ਘਰ ਦੂਜਾ ਹੀ ਹੈ। ਰਾਗ ਬਿਹਾਗੜਾ ਚੌਕ ਦੇ ਮਹੱਲਾ ਪੰਜਵਾ। ਘਰ ਦੂਜੇ ਦੇ ਦੂਤਨ ਸੰਗਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਸਾਧ ਸੰਗਤ ਜੀ, ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਰਾਗ ਬਿਹਾਗੜੇ ਦੇ ਤਾਂ ਹੀ ਆਰੰਭ ਕਰਦੇ ਹਨ। ਚੌਂ ਪੌੜੀਆਂ ਵਾਲੇ ਸ਼ਬਦ ਹੈ। ਇੱਕ ਸ਼ਬਦ ਗੁਰੂ ਸਾਹਿਬ ਜੀ ਉਚਾਰਨ ਕਰਨਗੇ। ਪਹਿਲੇ ਘਰ ਸਰਕਾਰ, ਦੂਜੇ ਘਰ ਦੇ ਅੰਦਰ ਘਰ ਦੂਜੇ ਦੇ, ਦੂਜੇ ਘਰ ਦੇ ਅੰਦਰ ਦੱਦਾ ਨਾਲ ਲਿਖ ਕਰਕੇ ਉਚਾਰਨ ਕੀਤਾ ਹੈ। ਆਦਿ ਵਿੱਚ ਮੰਗਲ ਕਰਦੇ ਹਨ ਮਹਾਰਾਜ ਸਾਹਿਬ। ਇੱਕੋ ਅਦਵੈਤ ਰੂਪ ਪਰਮੇਸ਼ਰ ਓਂਕਾਰ, ਸਾਰਿਆਂ ਦਾ ਪ੍ਰਕਾਸ਼ਕ, ਸਤਿ ਕਾਲਵਾਗ ਰੂਪ, ਤਿੰਨਾਂ ਕਾਲਾਂ ਸੱਚ ਸਰੂਪ, ਨਾਮ ਪ੍ਰਸਿੱਧ ਸਾਰੀ ਸ੍ਰਿਸ਼ਟੀ ਵਿੱਚ, ਅਤੇ ਕਰਤਾ ਸਾਰੇ ਜਗਤ ਨੂੰ ਰਚਣ ਵਾਲਾ, ਪੁਰਖ ਪੂਰਨ ਸਾਰਿਆਂ ਥਾਵਾਂ 'ਚ, ਨਿਰਭਉ ਭੈ ਤੋਂ ਬਿਨਾਂ, ਨਿਰਵੈਰ ਵੈਰ ਤੋਂ ਰਹਿਤ, ਸਾਰਿਆਂ ਦਾ ਆਪਣਾ ਆਪ ਰੂਪ, ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਉਸ ਪਰਮੇਸ਼ਰ ਦਾ ਅਜੂਨੀ ਅਜਨਮਾ ਸਰੂਪ ਹੈ। ਸਹਿਭੁਗ ਸਤੇ ਪ੍ਰਕਾਸ਼ ਸਰੂਪ ਹੈ। ਗੁਰੂ ਚੇਤਨ ਸਰੂਪ ਹੈ। ਪ੍ਰਸਾਦ ਨੰਦ ਰੂਪ ਹੈ। ਗੋ ਅਗਿਆਨ ਦਾ ਨਾਸ਼ ਕਰਕੇ ਰੂਪ ਚੇਤਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਐਸਾ ਸਤਿਗੁਰੂ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰੇ ਤਾਂ ਐਸੇ ਸਰੂਪ ਦੀ ਜਿਸਦੇ ਵਿੱਚ ਇਹ 9 ਅੰਗਾਂ ਦੀ ਨਿਆਈ 9 ਨਾਵਾਂ ਦਾ ਵਿਸ਼ੇਸ਼ਣ ਕੀਤਾ ਹੈ, ਉਚਾਰਨ ਕੀਤਾ ਹੈ, ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਸਾਧ ਸੰਗਤ ਦੀ ਆਦ ਵਿੱਚ ਮੰਗਲ ਕਰਕੇ ਮਹਾਰਾਜ ਸਾਹਿਬ ਬਿਹਾਗੜਾ ਰਾਗ ਚੌਂ ਪੌੜੀਆਂ ਵਾਲਾ ਆਰੰਭ ਕਰਦੇ ਹਨ। ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ। ਦੂਜੇ ਘਰ ਦੇ ਅੰਦਰ ਉਚਾਰਦੇ ਹਨ। ਦੂਤਨ ਸੰਗਰੀਆ। ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਜੀ, ਇਹ ਜਿੰਨੇ ਜੀਵ ਜੰਤ ਹੈ ਸਾਰੇ ਬੰਧਨਾਂ 'ਚ ਕਿਉਂ ਪੈ ਗਏ ਹਨ, ਤੇ ਕਿਰਪਾ ਕਰਕੇ ਦੱਸੋ ਮਹਾਰਾਜ ਜੀ, ਇਹ ਸੰਸਾਰ ਦੇ ਅੰਦਰ ਛੁਟਕਾਰਾ ਕਿਸ ਪ੍ਰਕਾਰ ਹੋ ਸਕਦਾ ਹੈ। ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਪਵਿੱਤਰ ਬਚਨ ਉਚਾਰਨ ਕੀਤੇ ਨੇ। ਗੁਰਸਿੱਖੋ ਸੁਣੋ। ਦੂਤਨ ਸੰਗਰੀਆ। ਇਹ ਜੀਵਾਂ ਨੂੰ ਦੂਤ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਹਨਾਂ ਦਾ ਸੰਗਰੀਆ ਸੰਗਤ ਪ੍ਰਾਪਤ ਹੋਈ ਹੈ। ਹਰ ਵਕਤ ਇਹਨਾਂ ਦੇ ਨਾਲ ਹੀ ਰਹਿੰਦੇ ਹੈ। ਚਾਹੀਦਾ ਸੀ ਇਹਨਾਂ ਤੋਂ ਸੰਗਣਾ, ਇਹ ਸਗੋਂ ਇਹਨਾਂ ਦੀ ਸੰਗਤ ਵਿੱਚ ਰਹਿੰਦੇ ਹਨ। ਇਉਂ ਕਾਮ ਆਦਿ ਦੂਤਾਂ ਦੀ ਸੰਗਰੀਆ ਸੰਗਤ ਕਰਨੇ ਕਰਕੇ ਭੁਯੰਗਨ ਬਸਰੀਆ। ਇਹਨਾਂ ਦੇ ਤਾਂ ਹੀ ਸਾਧ ਸੰਗਤ ਜੀ ਬੰਧਨ ਪੈ ਗਏ ਹੈ ਬਹੁਤ ਸਾਰ ਦੇ ਜੰਮਣ ਮਰਨ ਦੇ। ਫਿਰ ਮਹਾਰਾਜ ਹੋਰ ਕੀ ਬੰਧਨ ਹਨ? ਕਹਿੰਦੇ ਭਿਅੰਗਨ ਬਸਰੀਆ। ਭਿਅੰਗਨ ਸਪਣੀ ਜੋ ਮਾਇਆ ਹੈ ਉਹ ਬਸਰੀਆ ਬਸ ਰਹੀ ਹੈ ਇਹਨਾਂ ਦੇ ਹਿਰਦੇ ਦੇ ਅੰਦਰ। ਮਾਇਆ ਦਾ ਮੋਹ ਇਹਨਾਂ ਦੇ ਹਿਰਦੇ 'ਚ ਵਸ ਰਿਹਾ ਹੈ। ਤੇ ਭਿਅੰਗਨ ਬਸਰੀਆ, ਭਿਅੰਗਨ ਮਾਇਆ ਨੇ ਬਸਰੀਆ ਬਸ ਕਰ ਲਿਆ ਇਹਨਾਂ ਦੇ, ਤਾਂ ਹੀ ਆਪਣੇ ਅਧੀਨ ਕਰ ਲਿਆ ਹੈ। ਅਨਕ ਉਪਰੀਆ। ਅਨੇਕਾਂ ਹੀ ਇਹ ਮਾਇਆ ਨੇ ਉਪਰੀਆ ਪੱਟ ਦਿੱਤੇ ਹੈ। ਅਨੇਕਾਂ ਦੇ ਤਾਂ ਹੀ ਨਾਸ਼ ਕਰ ਦਿੱਤਾ ਹੈ। ਅਨੇਕਾਂ ਹੀ ਇਹ ਪੱਟ ਦਿੱਤੇ ਹਨ, ਨਾਸ਼ ਕਰ ਦਿੱਤੇ ਹਨ। ਤਉ ਮੈਂ ਹਰ ਹਰ ਕਰੀਆ। ਇਹਦੇ ਬਚਣ ਵਾਸਤੇ ਮਾਇਆ ਦੇ ਮੋਹ ਤੋਂ ਤਾਂ ਹੀ ਅਸੀਂ ਜਿਗਿਆਸੂ ਮੁਖ ਦੁਆਰਾ ਕਹਿੰਦੇ ਹੈ, ਹਰੀ ਜੋ ਸਾਰਿਆਂ ਪਾਪਾਂ ਦਾ ਹਾਰਕ ਹੈ, ਤੇ ਹਰੀ ਦੇ ਨਾਮ ਨੂੰ ਉਚਾਰਨਾ ਕੀਤਾ ਹੈ। ਹਰੀ ਦਾ ਨਾਮ ਕੈਸਾ ਕਰੀਆ, ਮਲਾਹ ਦੀ ਨਿਆਈ ਹੈ। ਜਿਵੇਂ ਮਲਾਹ ਦਰਿਆ 'ਚੋਂ ਬੇੜੇ ਨੂੰ ਪਾਰ ਕਰ ਦਿੰਦਾ ਹੈ, ਐ ਸਾਡੇ ਬੁੱਧੀ ਰੂਪੀ ਬੇੜੇ ਦੇ ਤਾਂ ਹੀ ਸੰਸਾਰ ਸਮੁੰਦਰ 'ਚੋਂ ਪਾਰ ਕਰਨ ਵਾਲੇ ਗੁਰੂ ਸਾਹਿਬ ਕਰੀਆ ਮਲਾਹ ਦੀ ਨਿਆਈ ਹੈ। ਐਸਾ ਪਰਮੇਸ਼ਰ ਦਾ ਨਾਮ ਤਾਂ ਅਸੀਂ ਉਚਾਰਨ ਕੀਤਾ ਹੈ। ਤਉ ਸੁਖ ਸਹਜਰੀਆ। ਉਹਦੇ ਭਾਈ ਸੁਖ ਸਰੂਪ ਵਿੱਚ ਸਹਿਜੇ ਹੀ ਪ੍ਰਾਪਤ ਹੋ ਗਏ।
सुख प्राप्त हो गया है तो सहज शांति प्राप्त हो गई है। तो सहजे ही सुख की प्राप्ति सहज नाम स्वरूप का सहज ही जो स्वरूप है मान तो रहत एक द्वंद्वा तो रहत तो उस स्वरूप का सुख प्राप्त होया है। रहाओ मिथन मोहरिया ये जेड़ा सारा संसार है मिथन मोहरिया ये मिथ्या जेड़े पदार्थ होंगे मिथ्या जो संसार है अते मिथ्या जो शरीर आदि कहणगे मिथ्या जो होए मने होए वकार आदि है उन्होंने मुहरिया मोह हो रहा है उन्होंने मोह लिया इसके ताई मिथ्या पदार्थों के मोह में मोहिया गया है। अन कौ मेरिया इन्हों का सवाए अन दूजिया चीज़ा किसी दियां नूं मेर करते रहते हैं अपनी पर की को अपनी कहे अपनों नहीं पाया पराइया वस्तुओं अपनिया कहते हैं कि जो अपना हक है वो चंगा नहीं लगता। इस प्रकार ने ये जियां के सुभाव बिगड़ चुके हैं अनको दूजिया के चीज़ों को मेल करी बैठे हैं। पाठ भी दानवे साहब का यो ही है अर्थ भी यो ही है। दूसरा अनको उमेरिया अनेका उमेरिया जेडे उमराब अपने आप को कहाने वाले सी वो अपने आप को बड़े बड़े संसार के अंदर अमीर कहाने वाले सी उन्होंने अनेकों के ताई इन पट दिता है छड्डिया नहीं किसी के ताई विच घूमन घिड़िया ये तिन्ना गुणों की घूमन घेर है माया की ये परिया पै रही है सारी सृष्टि जमन मन के घूमन घेरे च पै रहे हैं। आशा रूपी नदी विच कृष्णा रूपी बड़िया भारियां लहरां ये घूमन घेरी च पै रही है सृष्टि विच घूमन घिड़िया विच काल की घूमन घेरी दे पै रहिंदे भूत विखत वर्तमान काल विच सगल बटरिया ये सारे जिन्ने जीव है बटरिया ये बीकानेर की बोली है बटाऊ राह का नाम है। सारे जिन्ने जी जंत है बटरिया राही दी न्याई हनगे बिरख एकत्रिया बिरख के संसार रूपी बिरछ विच सारे एकत्र होए इकट्ठे होए हनगे। बिरख बराट है जो उसने सारे संसार को एकत्रिया इकट्ठा किया होया है। इस प्रकार बिरख एकत्रिया संसार रूपी बिरछ में सारे इकट्ठे हुए हैं संबंधी जिन्ने हैं वह बंद है परिया मोह के बहुत सारे बंधना च करता बहुत सारे बंधना च पै रहे हैं। फिर साध सफरिया इस तो रहने वाली साधुओं की संगत है जिन्होंने संसार को सफर भी न्याय समझे है। ये मुसाफिर आदमी सलाम में रात कटता है इस प्रकार संसार में जो समझने वाले संत भगत है वो सफरिया सफाई वाले दिल दी वाले वो फिर इस रहने वाले सफरी नाम मच्छी का भी है। मच्छी की न्याई जो प्रेमी हैं परमेश्वर के वो साधुओं की सफरिया संगत इस रहने वाली है। यह कीर्तन हरिया साधुओं की संगत मारा केड़ी है यह कीर्तन हरिया जिथे हरि अकाल पुरख का कीर्तन हुंदा है। भाई गुरदास ने लिखिया है जो गुण गाते सन काका कीकी काकियां काकिया के समेत वो संगत मारा की बन जाती है। इस प्रकार साध संगत जिथे हरि का कीर्तन भजन है वो साध संगत इस पर रहने वाली है। सफरिया नाम ही संगत का है। सफाई वाली दिल्दी वाली संगत जो है इस पर रहने वाली है। हरि जित संगत केड़ी है जिथे हरि का कीर्तन भजन है। नानक सर नरिया श्री गुरु साहब जी कहते हैं नानक सर नरिया उन्हों की शरण पै करके तो मैं हर हर करिया हर हर परमेश्वर के नाम कर प्राप्त किया है उचारण किया है तो सुख सहज सरी सहज रिया सहजे आपको सुख प्राप्त होया। इस प्रकार ये चौक के दूजे घर के शब्द में गुरु साहब जी उचारण किया है। हुण श्री गुरु गोबिंद सिंह साहब ने जो दामोदर साहब महाराज का स्वरूप रचन लगे है उस धीरमल के पाप पंजी सिंह भेजे करतारपुर साहब कि धीरमल श्री गुरु ग्रंथ साहब जी जो गुरु अर्जन देव जी रचिया होया है वो सानू दे नौवें पातशाह की बाणी उचारण करिए विच लिखाइए नानक थान छड्डे हुए है अपने नाले महाराज का पाठ करना है। ये जदों कहा धीरमल ने जवाब दिता कि बड़ियां की ये बख्शिश है
ਮੇਰੇ ਪਾਸੋਂ ਗੁਰੂ ਸਾਹਿਬ ਤੁਸੀਂ ਕਿਉਂ ਮੰਗਦੇ ਹੋ? ਜਿਵੇਂ ਗੁਰੂ ਅਰਜਨ ਸਾਹਿਬ ਦੀ 5ਵੇਂ ਥਾਂ ਸੀ, ਇਵੇਂ ਤੁਸੀਂ 10ਵੇਂ ਥਾਂ ਹੋ, ਆਪ ਕਿਉਂ ਨਹੀਂ ਸਰੂਪ ਰਚ ਲੈਂਦੇ? ਇਹ ਉੱਤਰ ਜਦੋਂ 5 ਸਿੰਘਾਂ ਨੂੰ ਧੀਰ ਮਾਲੂਮ ਦਿੱਤਾ, ਲਾਲਚ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਨਾਂ ਦਿੱਤੇ। ਉਸ ਵਕਤ ਮਹਾਰਾਜ ਦਮਦਮਾ ਸਾਹਿਬ ਵਿੱਚ ਭਾਈ ਮਨੀ ਸਿੰਘ ਸਾਹਿਬ ਨੂੰ ਲਿਖਾਰੀ ਲਾ ਕੇ ਕੰਠੋਂ 9 ਮਹੀਨਿਆਂ ਵਿੱਚ, 9 ਪਹਿਰਾਂ ਵਿੱਚ, 9 ਦਿਨਾਂ 'ਚ, 9 ਪਲਾਂ ਵਿੱਚ, 9 ਘੜੀਆਂ ਵਿੱਚ ਇਹ ਸਰੂਪ ਉਚਾਰਨ ਕੀਤਾ। ਤੇ ਸ਼ਾਮ ਦੇ ਵਕਤ ਸਿੰਘਾਂ ਨੂੰ ਅਰਥ ਸੁਣਾਉਂਦੇ ਰਹੇ ਸੱਚੇ ਪਾਤਸ਼ਾਹ। ਇਹ ਅਰਥਾਂ ਦੀ ਟਕਸਾਲ ਤੇ ਦੌਨੀ ਬੀੜ ਦੀ ਟਕਸਾਲ 10ਵੇਂ ਪਾਤਸ਼ਾਹ ਨੇ ਆਪ 9ਵੇਂ ਪਾਤਸ਼ਾਹ ਦੀ ਬਾਣੀ ਚਾੜ ਕੇ ਇੱਕ ਆਪਣਾ ਸਲੋਕ ਬਲ ਹੋਆ ਬੰਮੇ ਛੁਟੇ ਸਭ ਕੁਛ ਹੋ ਤੋਂ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਵਿੱਚ ਤੁਮੀ ਹੋਰ ਸਹਾਇ। ਉਦੋਂ ਬੀੜ ਸੰਪੂਰਨ ਕੀਤੀ। ਜਦੋਂ ਬੀੜ ਸੰਪੂਰਨ ਕੀਤੀ, ਇਹ 9ਵੀਂ ਬੀੜ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਲਿਖੀ ਤੇ ਸੋ ਪੁਰਖ ਦੇ ਚਾਰੇ ਸ਼ਬਦ ਰਾਹ ਦੇ ਨਾਲ ਲਿਖੇ। ਪਹਿਲੀ ਕਰਤਾਰ ਪਾਈ ਬੀੜ ਜੀ 5 ਹੀ ਸ਼ਬਦ ਹਨਗੇ, ਤੇਰਾ ਅੰਤ ਨਾ ਪਾਰਾ ਵਰਿਆ ਤੱਕ। ਸੋ ਪੁਰਖ ਵਾਲੇ ਜਿਹੜੇ ਸ਼ਬਦ ਹੈ 10ਵੇਂ ਪਾਤਸ਼ਾਹ ਨੂੰ ਚੜਾਏ ਹੈ। ਚਾਰੇ 9 ਸ਼ਬਦ ਜਿਹੜੇ ਰਹਿ ਰਾਹਦੇ ਹਨਗੇ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਨੇ ਉਸ ਵਕਤ ਦਮਦਮਾ ਸਾਹਿਬ ਬੈਠ ਕੇ 6ਵੇਂ ਸਰੂਪ ਜਿਹੜੇ ਬਚਨ ਕੀਤੇ ਸੀ ਕਿ ਦਮਦਮਾ ਰਚਾਂਗੇ, ਗੁਰੂ ਕਾਸ਼ੀ ਬਣਾਵਾਂਗੇ ਨੇੜੇ ਤਲਵੰਡੀ ਦੇ ਕੋਲੇ, ਉੱਥੇ ਬੈਠ ਕੇ ਇੱਕ ਸਰੂਪ ਰਚਾਵਾਂਗੇ। ਅੱਖਰ ਇੱਕ ਦਾ ਭੇਦ ਧਰਮ ਹੈ, ਇੱਕ ਅੱਖਰ ਦਾ ਵੀ ਫਰਕ ਨਹੀਂ ਰੱਖਾਂਗੇ, ਐਸਾ ਸਰੂਪ ਉਚਾਰਨ ਕਰਾਂਗੇ। ਮਨ ਦਾਸ ਗੁਰੂ ਸਮਰੱਥ ਵਿਚਾਰੋ। ਭਾਈ ਮਨੀ ਸਿੰਘ ਜੀ ਕਹਿੰਦੇ ਹੈ, ਮੇਰੇ ਦਾਸ ਦੇ ਗੁਰੂ ਇਹ ਜਿਸ ਸਮਰੱਥ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਵਿਚਾਰਨਾ ਕਰੋ। ਇਸ ਪ੍ਰਕਾਰ ਸਾਧ ਸੰਗਤ ਜੀ ਇਹ 6ਵੇਂ ਪਾਤਸ਼ਾਹ ਦੇ ਗੁਰਬਲਾਸ ਸਵਈਏ ਦੀਆਂ ਤੁਕਾਂ ਹੁੰਦੀਆਂ। ਉਹ ਜੋ 6ਵੇਂ ਪਾਤਸ਼ਾਹ ਨੇ ਪਰਨ ਕੀਤਾ ਸੀ ਬਿਧੀ ਚੰਦ ਆਰਗ ਸਿੰਘਾਂ ਦੇ ਪੁੱਛਣ ਤੋਂ ਕਿ 10ਵਾਂ ਸਰੂਪ ਰਚ ਕੇ ਸਾਰੀ ਬਾਣੀ ਕੰਠੋਂ ਉਚਾਰਨ ਕਰਾਂਗੇ, ਉਹ ਬਚਨ ਪੂਰਾ ਕੀਤਾ। ਦਮਦਮਾ ਸਾਹਿਬ ਮਹਾਰਾਜ ਦਾ ਸਰੂਪ ਲਿਖਾਇਆ, ਉਹਦੇ 'ਚ 9ਵੇਂ ਪਾਤਸ਼ਾਹ ਦੀ ਬਾਣੀ ਚਾੜੀ ਹੈ। ਕਰਤਾਰਪੁਰ ਵਾਲੇ ਸਰੂਪ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈ। ਹੁਣ ਗੁਰੂ ਮਹਾਰਾਜ ਸਾਹਿਬ ਜੀ 9ਵੇਂ ਪਾਤਸ਼ਾਹ ਦਾ ਇੱਕ ਸ਼ਬਦ ਬਿਹਾਗੜੇ ਰਾਗ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ 9ਵੀਂ ਬੀੜ 'ਚ ਉਚਾਰਨ ਕਰਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਕਾਂਸੀ ਵਿੱਚ ਗਏ ਹਨ, ਕਾਂਸੀ ਦੀ ਸੰਗਤ ਜੁੜ ਕੇ ਮਹਾਰਾਜ ਦਰਸ਼ਨ ਕਰਕੇ ਬਹੁਤ ਨਿਹਾਲ ਹੋਈ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹਰੀ ਦੀ ਗਤੀ ਬਾਬਤ ਦੱਸੋ। ਤਾਂ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਇਹ ਪਵਿੱਤਰ ਇੱਕ ਸ਼ਬਦ ਬਿਹਾਗੜੇ ਰਾਗ ਦੇ ਅੰਦਰ 9ਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਚਾਰਨ ਕੀਤਾ, ਹੈ ਗੁਰਸਿੱਖੋ ਇੱਕੋ ਅਦਵੈਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਰਾਗ ਬਿਹਾਗੜਾ ਮਹੱਲਾ 9ਵਾਂ 9ਵੇਂ ਪਾਤਸ਼ਾਹ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਹਾਗੜਾ ਮਹੱਲਾ 9ਵਾਂ। ਹਰ ਕੀ ਗਤ ਨਹਿ ਕੂ ਜਾਣੈ। ਇਹ ਭਾਈ ਹਰੀ ਪਰਮੇਸ਼ਰ ਦੀ ਗਤ ਜਿਹੜੀ ਮਰਜ਼ਾਦਾ ਹੈ, ਹਰੀ ਦੀ ਗਤ ਰੀਤੀ ਜਿਹੜੀ ਹੈ ਸੱਚੇ ਪਾਤਸ਼ਾਹ ਦੀ ਜਗਤ ਨੂੰ ਪੈਦਾ ਕਰਨ ਦੀ, ਪਾਲਣ ਦੀ, ਪਰਲੋ ਕਰਨ ਦੀ ਅਤੇ ਜਗਤ ਨੂੰ ਆਪ ਦੀ ਸਾਂਭ ਵਿੱਚ ਰੱਖਣ ਦੀ, ਇਸ ਗਤੀ ਰੀਤੀ ਨੂੰ ਮਰਜ਼ਾਦਾ ਨੂੰ ਕੋਈ ਵੀ ਜਾਣ ਨਹੀਂ ਸਕਦਾ ਹੈ। ਜੋਗੀ ਜਤੀ ਤਪੀ ਪਚ ਹਾਰੇ। ਮਹਾਰਾਜ ਕਿਸੇ ਨੂੰ ਜਾਣਨ ਦਾ ਯਤਨ ਨਹੀਂ ਕੀਤਾ ਹੋਣਾ। ਬੜੇ ਬੜੇ ਯੋਗੀ ਹੁੰਦੇ ਆ, ਉਹ ਮਹਾਰਾਜ ਜੀ ਕਾਲ ਦੇ ਗਿਆਤੇ ਹੁੰਦੇ ਆ। ਉਹਨੂੰ ਪਤਾ ਹੁੰਦਾ ਹੈ ਕਿ ਇਸ ਸਮੇਂ 'ਚ ਮੀਂਹ ਪੈਣਾ ਹੈ, ਇਸ ਸਮੇਂ 'ਚ ਹਨੇਰੀ ਆਉਣੀ ਹੈ, ਸਮਾਂ ਉੱਜੜ ਜਾਏਗਾ, ਇਸ ਸਮੇਂ 'ਚ ਸਮਾਂ ਲੱਗੇਗਾ। ਤਾਂ ਮਹਾਰਾਜ ਕਹਿੰਦੇ ਇਸ ਪ੍ਰਕਾਰ ਦੇ ਜਿਹੜੇ ਯੋਗੀ ਹਨ, ਬੜੇ ਬੜੇ ਯੋਗੀ ਗੋਰਖਨਾਥ ਵਰਗੇ ਅਤੇ ਯੋਗੀ ਜੋਤਸੀ ਆਦਿਕ ਜਿਹੜੇ ਕਾਲ ਦੇ ਗਿਆਤੇ ਤੇ ਜਤੀ ਤਿਆਗੀ ਸੰਨਿਆਸੀ ਆਦਿਕ ਦੱਤਾਤਰੇय ਆਦਿਕ ਤਪੀਏ ਬੜੇ ਬੜੇ ਅਗਸਤ ਮੁਨੀ ਆਦਿਕ ਸਾਰੇ ਪਜ ਹੰਭ ਕਰਕੇ ਉਸ ਦੀ ਮਰਜ਼ਾਦਾ ਦਾ ਅੰਤ ਦੇਣ ਵਾਸਤੇ ਹਾਰ ਚੁੱਕੇ ਹਨ। ਹੰਭ ਕੇ ਸਾਧਨ ਕਰਕੇ ਤਪ ਕਰਕੇ ਤਪਗੇ ਹਾਰ ਗਏ ਅਤੇ ਯੋਗੀ ਯੋਗ ਸਾਧਨਾ ਕਰਕੇ ਹਾਰ ਗਏ। ਇਸੇ ਪ੍ਰਕਾਰ ਜਤੀ ਜਤ ਰੱਖ ਕੇ ਹਾਰ ਗਏ ਹਨ ਹੰਭ ਕੇ। ਹਰ ਬਹੁ ਲੋਕ ਸਿਆਣੇ। ਅਤੇ ਬਹੁਤ ਸਿਆਣੇ ਲੋਕ ਜਿਹੜੇ ਵਿਦਵਾਨ ਆਪਣੇ ਆਪ ਨੂੰ ਕਹਾਉਂਦੇ ਸੀ ਵੇਦ ਵਿਦਿਆ ਦੇ ਗਿਆਤੇ, ਖੜ ਸ਼ਾਸਤਰੀ ਪੰਡਿਤ, ਬਹੁਤ ਸਾਰੇ ਸਿਆਣੇ ਲੋਕ ਜਿਹੜੇ ਸੀ ਆਪਣੇ ਆਪ ਨੂੰ ਸਾਇੰਸਦਾਨ ਕਹਾਉਣ ਵਾਲੇ, ਬਹੁਤ ਸਾਰੇ ਸਮੇਂ ਨੂੰ ਦੱਸਣ ਵਾਲੇ, ਉਹ ਬੜੇ ਬੜੇ ਸਿਆਣੇ ਜਿਹੜੇ ਸਨ ਉਹ ਵੀ ਹਾਰ ਚੁੱਕੇ। ਜਿਵੇਂ ਕਹਿੰਦੇ ਮੰਗਲ
ਤਾਰਾ ਥੱਲੇ ਆ ਰਿਹਾ, 2-3 ਸਾਲ ਨੂੰ ਥੱਲੇ ਧਰਤੀ ਤੇ ਪਤਾ ਨਹੀਂ ਕਿੱਥੇ ਆ ਕੇ ਡਿੱਗੂਗਾ। ਇਹ ਜੇ ਸਿਆਣੇ ਲੋਕ ਵੀ ਹਾਰ ਚੁੱਕੇ, ਹੰਭ ਚੁੱਕੇ। ਰਹਾਉ ਛਿਨ ਮਹਿ ਰਾਉ ਰੰਗ ਕਉ ਕਰਈ। ਅਤੇ ਇੱਕ ਛਿਨ ਦੇ ਵਿੱਚ ਰਾਜਿਆਂ ਨੂੰ ਕੰਗਾਲ ਕਰ ਦਿੰਦਾ ਉਹ ਪਰਮੇਸ਼ਰ। ਜਦੋਂ ਰਾਜਿਆਂ ਨੂੰ ਹੰਕਾਰ ਹੁੰਦਾ ਹੈ ਕਿ ਸਾਡੇ ਜੈਸਾ ਦੁਨੀਆ 'ਚ ਕੋਈ ਨਹੀਂ, ਜ਼ੁਲਮ ਕਰਨ ਲੱਗ ਜਾਂਦੇ ਹੈ, ਪ੍ਰਜਾ ਨੂੰ ਦੁੱਖ ਦੇਣ ਲੱਗ ਜਾਂਦੇ ਹੈ, ਉਹਨਾਂ ਨੂੰ ਮਹਾਰਾਜ ਸਾਹਿਬ ਹੰਕਾਰੀਆਂ ਨੂੰ ਕੰਗਾਲ ਬਣਾ ਦਿੰਦਾ ਹੈ। ਰਾਉ ਰੰਗ ਕਰ ਡਾਰੇ। ਅਤੇ ਜਿਹੜੇ ਰੰਗ ਗਰੀਬ ਹੈ, ਜਿਨ੍ਹਾਂ ਦੇ ਕੋਲੇ ਕੋਈ ਚੀਜ਼ ਨਹੀਂ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ, ਇਸ ਤਤਕਾਲ ਦਾ ਉਸ ਪ੍ਰਗਟਾਵੇ, ਉਹਨਾਂ ਕੰਗਾਲਾਂ ਨੂੰ ਰਾਜੇ ਕਰਕੇ ਸਿਰ ਦਿੰਦਾ ਹੈ। ਇੱਕ ਛਿਨ ਵਿੱਚ ਕੰਗਾਲਾਂ ਨੂੰ ਪਾਤਸ਼ਾਹ ਬਣਾ ਦਿੰਦਾ ਹੈ, ਪਾਤਸ਼ਾਹ ਨੂੰ ਹੰਕਾਰੀਆਂ ਨੂੰ ਰੰਗ ਕੰਗਾਲ ਕਰਕੇ ਸਿਰ ਦਿੰਦਾ ਹੈ। ਕੋਈ ਮੰਗਿਆ ਹੋਇਆ ਉਹਨਾਂ ਨੂੰ ਭੋਜਨ ਵੀ ਨਹੀਂ ਦਿੰਦਾ, ਐਡੇ ਕੰਗਾਲ ਹੋ ਜਾਂਦੇ ਹਨ। ਰੀਤੇ ਭਰੇ ਭਰੇ ਛਿਨ ਮਹਿ ਰਾਉ ਰੰਗ ਕਉ ਕਰਈ। ਇਸੇ ਪ੍ਰਕਾਰ ਰੰਗ ਜਿਹੜੇ ਗਰੀਬ ਹਨਗੇ, ਬਹੁਤ ਨਿਮਰਤਾ ਵਾਲੇ ਹੈ, ਉਹਨਾਂ ਨੂੰ ਰਾਉ ਗਿਆਨ ਪ੍ਰਕਾਸ਼ ਵਾਲੇ ਮਹਾਰਾਜ ਵਾਹਿਗੁਰੂ ਬਣਾਉਂਦਾ ਹੈ ਕਿਸ਼ਨ ਵਿੱਚ। ਰਾਉ ਰੰਗ ਕਰ ਡਾਰੇ। ਅਤੇ ਜਿਹੜੇ ਰਾਉ ਹੰਕਾਰ ਕਰਦੇ ਹੈ ਰਾਜਪੁਣੇ ਦਾ ਕਿ ਸਾਡੇ ਬੜਾ ਪ੍ਰਤਾਪ ਹੈ, ਬੜਾ ਦੁਨੀਆ 'ਚ ਸਾਡਾ ਦੁਨੀਆ ਅਕਵਾਲ ਹੈ, ਉਹਨਾਂ ਨੂੰ ਕੰਗਾਲ ਕਰਕੇ ਸਿਰ ਦਿੰਦਾ। ਤੁਛ ਜੀਵ ਬਣ ਜਾਂਦੇ ਆ, ਕੋਈ ਨਹੀਂ ਉਹਨਾਂ ਨੂੰ ਪੁੱਛਦਾ, ਜੂਨਾ ਧਰਮਣ ਵਾਲੇ ਬਣ ਜਾਂਦੇ ਹਨ। ਰੀਤੇ ਭਰੇ ਭਰੇ ਸਖਨਾਵ। ਇਹ ਉਹਦਾ ਸਵਾਜ ਹੈ, ਰੀਤੇ ਖਾਲੀ ਉਹਨਾਂ ਨੂੰ ਭਰ ਦਿੰਦਾ ਹੈ। ਜਿਹੜੇ ਗਰੀਬੀ ਵਾਲੇ ਉਹਨਾਂ ਨੂੰ ਲਵਾ ਲਵ ਗੁਣਾ ਕਰਕੇ ਭਰ ਦਿੰਦਾ ਹੈ। ਜਿਹੜੇ ਹੰਕਾਰ ਆਦਿਕਾਂ ਕਰਕੇ ਭਰੇ ਹੋਏ ਹੈ, ਉਹਨਾਂ ਨੂੰ ਸਖਨਾਵਾ ਸਖਣੇ ਕਰ ਦਿੰਦਾ, ਖਾਲੀ ਕਰਨ ਚਾਹੁੰਦਾ ਹੈ। ਯਹ ਤਾਕੂ ਵਿਵਹਾਰੇ। ਇਹ ਉਸਦਾ ਵਿਹਾਰ ਹੈ, ਕੌਤਕ ਹੈ। ਇਹੋ ਜਿਹਾ ਵਿਹਾਰ ਵੀ ਉਹ ਕਰਦਾ ਹੈ। ਹੰਕਾਰੀਆਂ ਨੂੰ ਨੀਵੇਂ ਕਰ ਦਿੰਦਾ, ਨਿਮਰਤਾ ਵਾਲਿਆਂ ਨੂੰ ਉੱਚੇ ਬਣਾ ਦਿੰਦਾ। ਇਸ ਪ੍ਰਕਾਰ ਦਾ ਕੰਮ ਵੀ ਕਰਦਾ ਤੇ ਹੈ ਵੀ ਅਸੰਗ ਸਾਰਿਆਂ ਤੋਂ। ਆਪਣੀ ਮਾਇਆ ਆਪ ਪਸਾਰੀ। ਇਹ ਮਹਾਰਾਜ ਜੀ ਸਾਰੇ ਕੌਤਕ ਕਿਵੇਂ ਕਰਦਾ? ਕਹਿੰਦੇ ਆਪਣੀ ਮਾਇਆ ਜਿਹੜੀ ਹੈ ਤ੍ਰਿਗੁਣ ਰੂਪ ਇਹ ਆਪ ਹੀ ਪਸਾਰੀ ਫੈਲਾਉਣਾ ਕੀਤੀ ਆਪਦੀ ਸੱਤਾ ਦੇ ਨਾਲ। ਇਹ ਸਤਗੁਣ ਰਜੋਗੁਣ ਤਮੋਗੁਣ ਰੂਪ ਹੋ ਕਰਕੇ ਇਹ ਮਾਇਆ ਫੈਲੀ ਹੋਈ ਹੈ, ਇਹ ਫੈਲਾਉਣਾ ਕੀਤੀ ਹੈ। ਸਾਂਤ ਕੀ ਦੇਵਤੇ ਹਨਗੇ, ਰਾਜਸੀ ਮਨੁੱਖ ਹਨਗੇ, ਤਾਮਸੀ ਪਸ਼ੂ ਪੰਛੀ ਹਨ, ਇਹ ਆਪਣੀ ਮਾਇਆ ਆਪ ਹੀ ਫੈਲਾਈ ਹੋਈ ਹੈ। ਉੱਤੋਂ ਮੱਧਮ ਕਨਿਸ਼ਟ ਬਣਾਤੇ ਦੇ ਵਿੱਚ ਆਪ ਹੈ ਦੇਖਣ ਹਾਰਾ। ਉਹਨਾਂ ਦ੍ਰਿਸ਼ਟਾ ਹੋ ਕੇ ਵੇਖਣ ਵਾਲਾ ਆਪ ਹੀ ਹੈ। ਜਿਵੇਂ ਬਾਜੀ ਪਾ ਕੇ ਤਮਾਸ਼ਾ ਕਰੇ ਕੋਈ, ਉਹ ਮਾਇਆ ਨਟਣੀ ਬਾਜੀ ਪਾ ਰਹੀ ਸੰਸਾਰ ਦੀ, ਆਪ ਹੀ ਉਹਨੂੰ ਵੇਖਣ ਵਾਲਾ ਪ੍ਰਕਾਸ਼ਣ ਵਾਲਾ ਹੈ। ਨਾਨਾ ਰੂਪ ਧਰੇ ਬਹੁ ਰੰਗੀ। ਆਪਣੀ ਕੁਦਰਤ ਦੁਆਰਾ ਅਨਕ ਰੂਪ ਖਿਨਮਾ ਕੁਦਰਤ ਧਾਰਦਾ, ਆਪਣੀ ਸ਼ਕਤੀ ਨਾਲ ਨਾਨਾ ਤਰ੍ਹਾਂ ਦੇ ਰੂਪ, ਨਿੱਕੇ ਤੋਂ ਵੱਡੇ ਤੋਂ ਛੋਟੇ ਤੋਂ ਬਹੁਤ ਤੋਂ ਬਹੁਤ ਰੂਪ, ਬਹੁਤ ਰੰਗਾਂ ਦੇ ਧਾਰ ਲੈਂਦਾ ਆਕਾਰ। ਸਭ ਤੇ ਰਹਿ ਨਿਆਰਾ। ਆਕਾਰ ਸਾਰੇ ਧਾਰ ਕੇ ਫਿਰ ਸਾਰਿਆਂ ਆਕਾਰਾਂ ਤੋਂ ਨਿਆਰਾ ਰਹਿੰਦਾ ਹੈ। ਆਕਾਰਾਂ ਵਿੱਚ ਬੰਧਾਇਮਾਨ ਨਹੀਂ ਹੁੰਦਾ ਹੈ। ਅਗੰਤ ਅਪਾਰ ਅਲਖ ਨਿਰੰਜਨ। ਅਗੰਤ ਵੇਦ ਸ਼ਾਸਤਰਾਂ ਦੇ, ਕਰਮਕਾਂਡ ਦੇ ਜਾਂ ਉਪਾਸਨਾ ਦੇ ਕਿਸੇ ਗਿਣਤੀ ਮਿਣਤੀ ਨਾਲ, ਜੋਤਿਸ਼ ਦੇ, ਕਾਲ ਦੇ ਗਿਆਨ ਦੇ ਨਾਲ ਗਿਣਿਆ ਨਹੀਂ ਜਾ ਸਕਦਾ। ਤੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤਾ ਅਗਣਤ ਅਪਾਰ। ਅਲਖ ਨਿਰੰਜਨ। ਅਲਖ ਅਸੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ। ਨਿਰੰਜਨ ਹੈ, ਮਾਇਆ ਕਾਖ ਤੋਂ ਰਹਿਤ ਹੈ। ਇਹ ਸਭ ਜਗ ਪਰਮਾਇ। ਜਿਸ ਦੀ ਮਾਇਆ ਨੇ ਇਹ ਸਾਰੇ ਜਗਤ ਨੂੰ ਭਰਮਾ ਛੱਡਿਆ ਹੈ, ਐਸੀ ਪਰਬਲ ਕੁਦਰਤ ਹੈ ਉਸ ਪਰਮੇਸ਼ਰ ਦੀ ਸ਼ਕਤੀ। ਸਗਲ ਭਰਮ ਤਜ ਨਾਨਕ ਪ੍ਰਾਨੀ। ਮਹਾਰਾਜ ਕਹਿੰਦੇ ਜਿੰਨੇ ਸਾਰੇ ਭਰਮ ਪਏ ਹੋਏ ਹਨ, ਭੇਦ ਭਰਮ, ਕਰਤੱਵ ਭਰਮ ਆਦਿਕ, ਸਾਰਿਆਂ ਦਾ ਤਿਆਗ ਕਰਕੇ ਇਹ ਪ੍ਰਾਣਾ ਧਾਰੀ ਜੀਵ। ਸਗਲ ਭਰਮ ਤਜ ਨਾਨਕ ਪ੍ਰਾਣੀ। ਇਹ ਪ੍ਰਾਣਾ ਧਾਰੀ ਜੀਵ ਸਾਰੇ ਵਹਿਮਾਂ ਨੂੰ ਛੱਡ ਕੇ, ਭਰਮਾਂ ਨੂੰ ਛੱਡ ਕੇ ਚਰਨ ਤਾਹੇ ਚਿਤ ਇਸ ਲਾਇ। ਵਾਹਿਗੁਰੂ ਦੇ ਚਰਨਾਂ ਚਿਤ ਨੂੰ ਜੋੜਨਾ ਕਰੋ, ਫੇਰ ਨਿਰਲੇਪ ਰਹੋਗੇ, ਨਹੀਂ ਤਾਂ ਮਾਇਆ ਮੋਹ ਲੇਗੀ, ਅੰਤ ਨਹੀਂ ਪਾ ਸਕੋਗੇ। ਰਾਗ ਬਿਹਾਗੜਾ ਛੰਤ ਮਹੱਲਾ ਚੌਥਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ।
ਹਰ ਹਰ ਨਾਮ ਧਿਆਈਐ ਮੇਰੀ ਸਤਿਗੁਰੂ ਜਿੰਦੜੀ। ਚੌਥੇ ਪਾਤਸ਼ਾਹ ਨੇ ਬਿਹਾਗੜੇ ਰਾਗ ਵਿੱਚ ਛੰਤ ਉਚਾਰਨ ਕੀਤੇ ਹਨ। ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਆਪਣਾ ਸ਼ਬਦ ਤਾਂਹੀ ਉਚਾਰਿਆ ਹੈ। ਨੌਵੇਂ ਪਾਤਸ਼ਾਹ ਦਾ ਇੱਕ ਸ਼ਬਦ ਉਚਾਰਨ ਕਰਕੇ ਹੁਣ ਚੌਥੇ ਪਾਤਸ਼ਾਹ ਦੇ ਸ਼ੰਤ ਆਰੰਭ ਹੁੰਦੇ ਹਨ। ਸ਼ੰਤ ਨਾਮ ਜਸਦਾ ਹੈ। ਸ਼ੰਤ ਨਾਮ 6-6 ਤੁਕਾਂ ਦਾ, ਇੱਥੇ 4-4 ਤੁਕਾਂ ਵਾਲੇ ਪੌੜੀਆਂ ਸ਼ੰਤਾਂ ਦੀਆਂ ਹੋਣਗੀਆਂ। ਸ੍ਰੀ ਗੁਰੂ ਮਹਾਰਾਜ ਸਾਹਿਬ ਉਚਾਰਨ ਕਰਦੇ ਚੌਥੇ ਪਾਤਸ਼ਾਹ ਇੱਕ ਅਦੈਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿ ਕਾਲਵਾਦ ਗੁਰੂ ਚੇਤਨ ਪ੍ਰਸਾਦਨੰਦ ਸਰੂਪ ਹੈ। ਆਦ ਵਿੱਚ ਬੀਜ ਮੰਤਰ ਮੰਗਲ ਉਚਾਰਨ ਕਰਕੇ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਹਨ। ਜਿੰਦੜੀ ਜਿਹੜਾ ਸ਼ਬਦ ਹੋਵੇਗਾ, ਇਹ ਮੇਰੀ ਜਾਨ, ਇਹ ਮੇਰੀ ਜਿੰਦ ਬੁੱਧ ਪ੍ਰਾਣ, ਇਸ ਪ੍ਰਕਾਰ ਦਾ ਉਪਦੇਸ਼ ਆਵੇਗਾ। ਜਿੱਥੇ ਰਾਮ ਸ਼ਬਦ ਆਵੇਗਾ, ਰਾਮ ਹੇ ਪਿਆਰੇ ਦਾ ਵਾਚਕ ਨਹੀਂ ਸਮਝਣਾ, ਰਾਮ ਪਰਮੇਸ਼ਰ ਦਾ ਨਾਮ ਹੀ ਹਰੇਕ ਤੁਕ ਵਿੱਚ ਸਮਝਿਆ ਕਰਨਾ ਹੈ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਇਹ ਮੇਰੀ ਜਿੰਦ ਜਾਨ, ਜੋ ਹਰੀ ਸਾਰਿਆਂ ਪਾਪਾਂ ਦੇ ਹਰਨ ਵਾਲਾ ਹੈ, ਇਸ ਹਰੀ ਦੇ ਨਾਮ ਨੂੰ ਧਿਆਈਏ, ਧਿਆਕਾਰ ਬਿਰਤੀ ਕਰਕੇ ਧਿਆਉਣਾ ਕਰੀਏ। ਗੁਰਮੁਖ ਨਾਮ ਅਮੂਲੇ ਰਾਮ। ਗੁਰਮੁਖਾਂ ਦੁਆਰਾ ਪ੍ਰਾਪਤ ਹੁੰਦਾ ਰਾਮ ਦਾ ਨਾਮ ਅਮੋਲੇ ਅਮੋਲਕ ਜੋ ਹੈ, ਇਹ ਗੁਰਮੁਖਾਂ ਦੀ ਸੰਗਤ ਕਰਕੇ ਪ੍ਰਾਪਤ ਹੋ ਸਕਦਾ ਹੈ। ਹਰ ਰਸ ਦੀਦਾ ਹਰ ਮਨ ਪਿਆਰਾ। ਜਿਨ੍ਹਾਂ ਦਾ ਮਨ ਜੋ ਹਰੀ ਸਾਰਿਆਂ ਦੇ ਮਨ ਦਾ ਪਿਆਰਾ ਹੈ, ਇਸ ਹਰੀ ਦੇ ਰਸ ਜਿਨ੍ਹਾਂ ਦਾ ਮਨ ਬਿੰਨਿਆ ਗਿਆ ਹੈ, ਮਿਲ ਗਿਆ ਹੈ ਪ੍ਰੇਮ ਵਿੱਚ, ਉਹ ਹਰੇਕ ਦੇ ਮਨ ਦਾ ਪਿਆਰਾ ਬਣ ਜਾਂਦਾ ਹੈ। ਮਨ ਹਰ ਰਸ ਨਾਮ ਭੁਲੇ ਰਾਮ। ਜਿਨ੍ਹਾਂ ਨੇ ਆਪਣੇ ਮਨ ਨੂੰ ਹਰੀ ਦੇ ਨਾਮ ਰਾਮ ਨਾਮ ਰਸ ਵਿੱਚ ਝਕੋਲੇ ਡੁਬੋਣਾ ਕੀਤਾ ਹੈ, ਰੰਗਣਾ ਕੀਤਾ, ਮਿਲਾਉਣਾ ਕੀਤਾ ਰਾਮ ਦੇ ਨਾਮ ਵਿੱਚ। ਗੁਰਮਤਿ ਮਨ ਠਹਿਰਾਈਐ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ, ਗੁਰਮਤਿ ਦੁਆਰਾ ਮਨ ਨੂੰ ਟਿਕਾਉਣਾ ਕਰੀਏ। ਅੰਤ ਨਾ ਕਾਹੂ ਡੋਲੇ ਰਾਮ। ਰਾਮ ਵੀ ਜਦੋਂ ਜੁੜ ਜਾਏਗਾ, ਫਿਰ ਅੰਤ ਹੋਰ ਪਦਾਰਥਾਂ ਵਿੱਚ ਕਿਤੇ ਨਹੀਂ ਡੋਲਣਾ ਕਰੇਗਾ। ਮਨ ਚਿੰਦੇ ਅੜਾ ਫਲ ਪਾਇਆ ਹਰ ਪ੍ਰਭ। ਉਹਨਾਂ ਨੇ ਹਰੀ ਜੋ ਪ੍ਰਭੂ ਪਰਮੇਸ਼ਰ ਹੈ, ਉਸ ਦੀ ਪ੍ਰਾਪਤੀ ਨੂੰ ਮਨ ਬਾਹਿਤ ਫਲਾਂ ਨੂੰ ਪਾ ਲਿਆ ਹੈ। ਗੁਣ ਨਾਨਕ ਬਾਣੀ ਬੋਲੇ ਰਾਮ। ਸਤਿਗੁਰੂ ਜੀ ਕਹਿੰਦੇ ਗੁਣ ਗਿਆਨ ਵਾਲੀ ਬਾਣੀ ਰਾਮ ਦੇ ਨਾਮ ਦੀ ਗੁਰੂ ਸਾਹਿਬ ਜੀ ਬੋਲਦੇ ਹਨ। ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ। ਜਿਨ੍ਹਾਂ ਦੇ ਗੁਰਮਤਿ ਦੁਆਰਾ ਮਨ 'ਚ ਅੰਮ੍ਰਿਤ ਨਾਮ ਉਠੜਾ ਵਸ ਗਿਆ ਹੈ, ਮੇਰੀ ਜਿੰਦ ਜਾਨ। ਮੁਖ ਅੰਮ੍ਰਿਤ ਬੈਣ ਅਲਾਏ ਰਾਮ। ਉਹ ਰਾਮ ਦੇ ਨਾਮ ਨੂੰ ਵੀ ਅੰਮ੍ਰਿਤ ਰੂਪੀ ਬਚਨ ਮੁਖੋਂ ਉਚਾਰਨ ਕਰਦੇ ਹੈ। ਜਿਨ੍ਹਾਂ ਦੇ ਮਨ ਵਿੱਚ ਵਸਿਆ ਹੋਇਆ ਹੈ, ਉਹੀ ਮੁਖੋਂ ਪਰਮੇਸ਼ਰ ਦੇ ਬਚਨ ਰਾਮ ਨਾਮ ਦੇ ਅੰਮ੍ਰਿਤ ਰੂਪ ਬਚਨ ਉਚਾਰਦੇ ਹਨ। ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ ਅੰਮ੍ਰਿਤ ਰੂਪ ਬਾਣੀ ਹੈ, ਭਗਤਾਂ ਜਨਾਂ ਦੀ ਅਮਰ ਕਰਨ ਵਾਲੀ, ਜੋ ਬੋਲਦੇ ਹਨ। ਮਨ ਸੁਣੀਏ ਹਰ ਲਿਵ ਲਾਏ ਰਾਮ। ਮਨ ਦੁਆਰਾ ਹਰੀ ਰਾਮ ਵਿੱਚ ਲਿਵ ਲਾ ਕੇ ਸੁਣਨਾ ਕਰੀਏ ਤੇ ਨਿਹਾਲ ਹੋ ਜਾਈਦਾ ਹੈ। ਕਿਰੀ ਵਿਛੁਨਾ ਹਰ ਪ੍ਰਭ ਪਾਇਆ। ਕਿਰਾਂ ਦੇ ਵਿਛੜਿਆ ਹੋਇਆ ਹਰੀ ਪ੍ਰਭੂ ਉਹਨਾਂ ਗੁਰਮੁਖਾਂ ਨੂੰ ਪਾ ਲਿਆ ਹੈ। ਗਲ ਮਿਲਿਆ ਸਹਿਜ ਸੁਭਾਏ ਰਾਮ। ਸ਼ਾਂਤੀ ਸੁਭਾਅ ਧਾਰਿਆ ਜਿਨ੍ਹਾਂ ਨੇ, ਉਹਨਾਂ ਦੇ ਰਾਮ ਗਲ ਕੰਠ ਦੇ ਨਾਲ ਮਿਲਿਆ ਹੈ। ਅਭੇਦ ਨਿਸ਼ਚੈ ਰੂਪ। ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਇਹ ਮੇਰੀ ਜਿੰਦੜੀ। ਜਿੰਦ ਜਾਨ, ਉਹਨਾਂ ਦੇ ਮਨ 'ਚ ਆਨੰਦ ਪ੍ਰਾਪਤ ਹੋਇਆ। ਸਤਿਗੁਰੂ ਜੀ ਕਹਿੰਦੇ ਹਨ, ਅਨਹਦ ਸ਼ਬਦ ਬਜਾਏ ਰਾਮ। ਜਿਨ੍ਹਾਂ ਨੇ ਰਾਮ ਦੇ ਨਾਮ ਰੂਪੀ ਹੱਦ ਤੋਂ ਰਹਿਤ, ਅਨਹਦ ਤੱਤੇ ਨਾਲ ਹੈ ਨਾ, ਨਾਸ ਤੋਂ ਰਹਿਤ ਸ਼ਬਦ ਵਜਾਉਣਾ ਕੀਤੇ, ਉਚਾਰਨ ਕੀਤੇ ਹੈ। ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ। ਇਹ ਮੇਰੀ ਜਿੰਦ ਜਾਨ, ਉਹ ਸਖੀਆਂ ਸਾਡੇ ਮਨ ਦੀਆਂ, ਸਹੇਲੀਆਂ ਬਾਣੀ ਦੀਆਂ ਹਨ। ਸਖੀ ਪਿਆਰੀਆਂ ਸਹੇਲੀਆਂ ਹਨ, ਸਖੀ ਸਰਦਾ ਵਾਲੀਆਂ ਹਨ, ਸਹੇਲੀਆਂ ਭਗਤੀ ਵਾਲੀਆਂ ਹਨ। ਇਹ ਮੇਰੀ ਜਿੰਦ ਜਾਨ, ਕੋਈ ਹਰ ਪ੍ਰਭ ਆਣ ਮਿਲਾਵੈ ਰਾਮ। ਪਰਮੇਸ਼ਰ ਦੀ ਭਗਤੀ ਵਾਲੀਆਂ ਸਰਦਾ ਵਾਲੀਆਂ ਵਿੱਚੋਂ ਕੋਈ ਵੀ ਹਰੀ ਗੁਰੂ ਰਾਮ ਦੇ ਨਾਲ ਸਾਨੂੰ ਆ ਕੇ ਮਿਲਾਉਣਾ ਕਰੇ। ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ, ਅਸੀਂ ਆਪਣਾ ਮਨ ਹੀ ਉਹਨਾਂ ਨੂੰ ਭੇਟਾ ਕਰ ਦਿਆਂਗੇ। ਹਰ ਪ੍ਰਭ ਕੀ ਹਰ ਕਥਾ ਸੁਣਾਵੈ। ਜਿਹੜੇ ਹਰ ਹਰ ਪ੍ਰਭੂ ਰਾਮ ਦੀ ਕਥਾ ਦੇ ਤਾਈਂ ਸਰਵਣ ਕਰਾਉਣ। ਗੁਰਮੁਖ
ਸਦਾ ਆਰਾਧ ਹਰ ਮੇਰੀ हे मेरी ਜਿੰਦੜੀ ਜਿੰਦ ਜਾਨ ਗੁਰਮੁਖਾਂ ਦੀ ਸੰਗਤ ਚ ਮਿਲ ਕੇ ਗੁਰਾਂ ਦੁਆਰਾ ਹਰੀ ਨੂੰ ਦਿਲ ਦੀ ਭਾਵਨਾ ਨਾਲ ਆਰਾਧ ਯਾਦ ਕਰ। ਮਨ ਚਿੰਦੇੜਾ ਫਲ ਪਾਵੈ हे ਰਾਮ ਰਾਮ ਦੇ ਪਾਸੋਂ ਮਨ ਵਾਹਿਤ ਫਲਾਂ ਨੂੰ ਪਾ ਲਵੇਂਗੀ। ਨਾਨਕ ਭਜ ਹਰ ਸਰਣਾਗਤੀ ਮੇਰੀ हे मेरी ਜਿੰਦੜੀ ਜਿੰਦ ਜਾਨ ਹਰੀ ਅਕਾਲ ਪੁਰਖ ਦੀ ਸ਼ਰਨ ਪ੍ਰਾਪਤ ਹੋ ਕੇ ਭਜਨ ਕਰ। ਵੱਡ ਭਾਗੀ ਨਾਮ ਧਿਆਵੈ ਰਾਮ ਰਾਮ ਦੇ ਨਾਮ ਨੂੰ ਵੱਡਿਆਂ ਭਾਗਾਂ ਵਾਲੇ ਧਿਆਉਂਦੇ ਨੇ, ਹਰ ਇੱਕ ਨਹੀਂ ਧਿਆ ਸਕਦਾ। ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀ हे मेरी जिंद जान ਨੂੰ ਬੇਨਤੀ ਕਰੀਏ, ਕਿਰਪਾ ਕਰਕੇ हे ਪ੍ਰਭੂ ਜਿਵੇਂ ਹੋਰਨਾਂ ਮਹਾਂਪੁਰਖਾਂ ਨੂੰ ਮਿਲਿਆ ਇਉਂ ਸਤਸੰਗਤ ਦੁਆਰਾ ਸਾਨੂੰ ਆ ਕੇ ਮਿਲੋ। ਗੁਰਮਤਿ ਨਾਮ ਪ੍ਰਗਾਸੇ हे ਰਾਮ ਰਾਮ ਗੁਰਮਤਿ ਦੁਆਰਾ ਨਾਮ ਦਾ ਪ੍ਰਕਾਸ਼ ਸਾਡੇ ਹਿਰਦੇ 'ਚ ਕਰੋ ਆਪ। ਹਉ ਹਰ ਬਾਜ ਉਡੀਆਂ ਮੇਰੀ ਜਿੰਦੜੀਏ ਅਸੀਂ ਹਰੀ ਤੋਂ ਬਗੈਰ ਉਡੀਣੀਆਂ ਉਦਾਸ ਹੋ ਰਹੀ ਹੈ ਮੇਰੀ ਇਹ ਜਿੰਦ ਜਿਹੜੀ ਚਿੱਤ ਦੀ ਬਿਰਤੀ ਹੈ। ਹਾਂ ਉਡੀਣੀਆਂ ਉਦਾਸ ਹੋ ਰਹੀਆਂ, ਉਡੀਣੀਆਂ ਉਡੀਕ ਰਹੀਆਂ, ਉਡੀਣੀਆਂ ਦੁਖੀ ਹੋ ਰਹੀਆਂ ਵਿਛੋੜੇ ਕਰਕੇ। ਜਿਉ ਜਲ ਬਿਨ ਕਮਲ ਉਦਾਸੇ ਰਾਮ ਜਿਵੇਂ ਜਲ ਤੋਂ ਬਿਨਾਂ ਕਮਲ ਉਦਾਸ ਹੁੰਦੇ ਆ, ਰਾਮ ਤੋਂ ਬਿਨਾਂ ਸਾਡਾ ਚਿੱਤ ਉਦਾਸ ਹੈ। ਗੁਰ ਪੂਰੈ ਮੇਲ ਆਇਆ ਮੇਰੀ ਜਿੰਦੜੀਏ ਪੂਰਨ ਸਤਿਗੁਰਾਂ ਨੇ ਕਿਰਪਾ ਕਰਕੇ ਹੈ ਮੇਰੀ ਜਿੰਦ ਜਾਨ ਸਤਿਗੁਰਾਂ ਦੇ ਨਾਲ ਮੇਲ ਦਿੱਤਾ, ਪੂਰੇ ਗੁਰਾਂ ਨੂੰ ਮਿਲਾਤਾ ਪਰਮੇਸ਼ਰ ਨਾਲ। ਹਰ ਸੱਜਣ ਹਰ ਪ੍ਰਭ ਪਾਸੇ ਹਰੀ ਰਾਮ ਪ੍ਰਭੂ ਸੱਜਣ ਜੋ ਹੈ ਹਰੇਕ ਦੇ ਪਾਸ ਅੰਗ ਸੰਗ ਹੈ, ਉਹ ਰਾਮ ਰਮਿਆ ਹੋਇਆ। ਧਨ ਧਨ ਜਿਨ੍ਹਾਂ ਨੂੰ ਮਿਲਾਤਾ ਉਹਨਾਂ ਦੇ ਹਰੀ ਪ੍ਰਭੂ ਨੇ ਹਰ ਦਿੱਤੀ ਹੈ ਪਾਸ ਜਮਨ ਮਨ ਦੀ ਫਾਹੀ ਕੱਢ ਦਿੱਤੀ ਉਹਨਾਂ ਦੀ ਰਾਮ ਨੇ। ਧਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਧੰਨ ਸਤਿਗੁਰੂ ਰਾਮਦਾਸ ਜੀ ਕਹਿੰਦੇ ਹਨ, ਗੁਰੂ ਅਮਰਦਾਸ ਸਾਹਿਬ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਨੂੰ ਦੱਸਿਆ ਹੈ। ਜਨ ਨਾਨਕ ਨਾਮ ਵਿਗਾਸੇ ਸਤਿਗੁਰੂ ਜੀ ਰਾਮ ਕਹਿੰਦੇ ਪਰਮੇਸ਼ਰ ਦੇ ਰਾਮ ਦੇ ਨਾਮ ਕਰਕੇ ਬਗਾਸੇ ਖੜਾਓ ਦੇ ਸਹਿਤ ਹੋ ਗਏ ਹਾਂ, ਚਿੱਤ ਖਿੜ ਗਿਆ ਹੈ। ਰਾਗ ਬਿਹਾਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਲੋਕ ਅੰਮ੍ਰਿਤ ਦੀ ਭਾਲ ਕਰਦੇ ਹਨ। ਕਿਸੇ ਨੂੰ ਸਾਧ ਸੰਗਤ ਜੀ ਕੰਟਾਂ ਦੇ ਹੋਠਾਂ ਵਿੱਚ ਅੰਮ੍ਰਿਤ ਮੰਨਿਆ। ਵਿਸ਼ਈ ਪੁਰਖ ਜਿਹੜੇ ਹੈ ਉਹ ਵਿਸ਼ੇ ਰਾਸ਼ੀ ਪਰਚੇ ਰਹਿੰਦੇ ਹਨ, ਅੰਤ ਨੂੰ ਉਹ ਰੰਡੀਆਂ ਹੋ ਜਾਂਦੀਆਂ, ਵਿਧਵਾ ਹੋ ਜਾਂਦੀਆਂ। ਜੇ ਕੰਟਾਂ ਦੇ ਹੋਠਾਂ ਵਿੱਚ ਅੰਮ੍ਰਿਤ ਰਸ ਹੋਵੇ ਤਾਂ ਵਿਧਵਾ ਕਿਉਂ ਹੋਣ ਤੇ ਰੰਡੇ ਕਿਉਂ ਹੋਣ। ਇਸ ਕਰਕੇ ਕਹਿੰਦੇ ਉਹ ਅੰਮ੍ਰਿਤ ਰਸ ਨਹੀਂ ਹੈ। ਕਈਆਂ ਨੂੰ ਸਾਧ ਸੰਗਤ ਜੀ ਇਸ ਅੰਮ੍ਰਿਤ ਰਸ ਦੇ ਤਾਂ ਹੀ ਪਤਾਲ 'ਚ ਮੰਨਿਆ ਹੈ। ਜੇ ਪਤਾਲ 'ਚ ਹੋਵੇ ਤਾਂ ਸੱਪ ਜ਼ਹਿਰੀਲੇ ਕਿਉਂ ਹੋਣ। ਕਈਆਂ ਨੂੰ ਸਮੁੰਦਰ 'ਚ ਮੰਨਿਆ, ਸਮੁੰਦਰ 'ਚ ਹੋਵੇ ਤਾਂ ਖਾਰਾ ਸਮੁੰਦਰ ਕਿਉਂ ਰਹਿ ਜਾਂਦਾ। ਕਈਆਂ ਨੂੰ ਚੰਦਰਮਾ ਦੀਆਂ ਕਿਰਨਾਂ 'ਚ ਮੰਨਿਆ, ਜੇ ਚੰਦਰਮਾ ਦੀਆਂ ਕਿਰਨਾਂ 'ਚ ਹੁੰਦਾ ਵਿਜੋਗੀ ਲੋਕ ਕਿਉਂ ਤਪਦੇ, ਕਿਉਂ ਸੇਕ ਉਹਨਾਂ ਨੂੰ ਆਉਂਦਾ। ਇਹਦੇ ਠੰਡੀ ਤਰੇਲ ਹੈ ਚੰਦਰਮਾ ਦੀਆਂ ਕਿਰਨਾਂ 'ਚ। ਤਾਂ ਕਈਆਂ ਨੂੰ ਸਵਰਗ ਵਿੱਚ ਮੰਨਿਆ ਹੈ, ਜੇ ਸਵਰਗ ਵਿੱਚ ਅੰਮ੍ਰਿਤ ਹੁੰਦਾ ਸਾਧ ਸੰਗਤ ਜੀ ਤਾਂ ਇੰਦਰ ਨੂੰ ਗੌਤਮ ਦੇ ਘਰ ਜਾ ਕੇ ਕੋੜੀ ਹੋਣ ਦੀ ਕੀ ਲੋੜ ਸੀ। ਉਹ ਅੰਮ੍ਰਿਤ ਦੇ ਨਾਲ ਅਮਰ ਹੋ ਜਾਂਦਾ, ਉਹਨੂੰ ਕੋੜ ਨਾ ਚੜ੍ਹਦਾ। ਇਸੇ ਗੌਤਮ ਤਪਾ ਹਿਲਿਆ ਇਸਤਰੀ ਦੇਖ ਇੰਦਰ ਲੋਭਾਇਆ, ਸਹਿ ਸਰੀਰ ਚਿਹਨ ਭਾਗੂਏ ਤਾਂ ਮਨ ਪਛੋਤਾਇਆ। ਕਈਆਂ ਨੂੰ ਅੰਮ੍ਰਿਤ ਨੂੰ ਸਾਧ ਸੰਗਤ ਜੀ ਪਤਾਲ ਵਿੱਚ ਮੰਨਿਆ। ਜੇ ਪਤਾਲ ਦਿੰਦਾ ਸਭ ਜ਼ਹਿਰੀਲੇ ਕਿਉਂ ਰਹਿ ਜਾਂਦੇ। ਇਸ ਕਰਕੇ ਜੋ ਗਲਤੀ ਨਾਲ ਅੰਮ੍ਰਿਤ ਮੰਨੇ ਉਹ ਅੰਮ੍ਰਿਤ ਨਹੀਂ ਹਨ। ਅੰਮ੍ਰਿਤ ਦਾ ਸਾਧ ਸੰਗਤ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਹੈ ਪ੍ਰਾਪਤ ਹੁੰਦਾ। ਸ੍ਰੀ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀ ਜੋ ਖੰਡੇ ਦੇ ਨਾਲ ਗੁਰੂ ਕਲਗੀਧਰ ਜੀ ਨੇ ਪੰਜਾਂ ਪਿਆਰਿਆਂ ਨੂੰ ਸੀਸ ਲੈ ਕਰਕੇ ਦਿੱਤਾ ਹੈ। ਇਹ ਅੰਮ੍ਰਿਤ ਰੂਪ ਵਾਹ ਵਾਹ ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੈ ਕੋਇ। ਇਹ ਭਾਈ ਗੁਰੂ ਸਾਹਿਬ ਦੇ ਪੰਜਾਂ ਪਿਆਰਿਆਂ ਦੇ ਰਾਹੀਂ ਖੰਡੇ ਦਾ ਅੰਮ੍ਰਿਤ ਮਿਲਣ ਕਰਕੇ ਇਹ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਨੀ ਹੈ ਗੁਰਮਤਿ ਦੁਆਰਾ। ਜੋ ਹਰ ਹਰ ਪਰਮੇਸ਼ਰ ਦਾ ਨਾਮ ਹੀ ਅੰਮ੍ਰਿਤ ਹੈ। ਹੇ ਮੇਰੀ ਜਿੰਦ ਜਾਨ ਅੰਮ੍ਰਿਤ ਗੁਰਮਤਿ ਪਾਏ ਰਾਮ ਇਹ ਗੁਰਮਤਿ ਦੁਆਰਾ ਅੰਮ੍ਰਿਤ ਨੂੰ ਰਾਮ ਦੇ ਤਾਂ ਹੀ ਪਾਉਣਾ, ਜਿਹੜਾ ਇਹੋ ਹੀ ਪਾਉਣਾ ਹੈ। ਹਉ ਮੈਂ ਮਾਇਆ ਬਿਖ ਹੈ ਮੇਰੀ ਜਿੰਦੜੀ ਜਿਹੜੀ ਦੇਹ ਦੀ ਹੰਗਤਾ ਹੈ ਤੇ ਮਾਇਆ ਇਹ ਜ਼ਹਿਰ ਹੈ। ਹੇ ਮੇਰੀ ਜਿੰਦ ਹਰ ਅੰਮ੍ਰਿਤ ਬਿਖ ਲਹਿ ਜਾਏ ਹਰੀ ਦਾ ਰਾਮ ਨਾਮ ਅੰਮ੍ਰਿਤ ਹੈ।
ਇਸ ਨੂੰ ਪੀਣੇ ਕਰਕੇ, ਰਾਮ ਦੇ ਨਾਮ ਨੂੰ ਪੀਣੇ ਕਰਕੇ ਜਿਹੜੀ ਵਿਸ਼ਾ ਨਿਭੇ ਉਹ ਲੈ ਜਾਂਦੀ ਹੈ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ। ਜਿਵੇਂ ਸਾਧ ਸੰਗਤ ਜੀ ਕੁੜਸੋਕੜ ਜਿਹੜੇ ਬਿਰਸ਼ ਹੁੰਦੇ ਹੈ, ਜੇ ਅੰਮ੍ਰਿਤ ਦੀ ਵਰਖਾ ਹੋਵੇ ਉਹ ਸੁੱਕੇ ਬਿਰਸ਼ ਹਰੇ ਹੋ ਜਾਂਦੇ ਹੈ। ਇਵੇਂ ਜਿਹੜਾ ਮਨ ਸੁੱਕਾ ਹੋਇਆ ਬੇਮੁਖ ਹੋ ਕੇ ਇਹ ਉਹਨਾਂ ਦਾ ਮਨ ਹਰਾ ਹੋ ਜਾਂਦਾ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਦੀ ਵਰਖਾ ਪ੍ਰਾਪਤ ਹੁੰਦੀ ਹੈ। ਹਰ ਹਰ ਨਾਮ ਧਿਆਏ ਰਾਮ। ਜੋ ਰਾਮ ਪਰਮੇਸ਼ਰ ਦੇ ਹਰ ਹਰ ਨਾਮ ਨੂੰ ਧਿਆਉਂਦੇ ਹਨ। ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ ਜਿਨ੍ਹਾਂ ਦੇ ਹਰੀ ਨੇ ਧੁਰ ਮੱਥੇ ਤੇ ਲਿਖ ਕੇ ਭਾਗ ਪਾਇਆ ਕਰਮਾਂ 'ਚ। ਜਨ ਨਾਨਕ ਨਾਮ ਸਮਾਏ ਰਾਮ। ਉਹ ਇਹ ਸਾਦੇ ਨੂੰ ਪਾ ਕੇ ਨਾਮ ਵਿੱਚ ਰਾਮ ਦੇ ਸਮਾਉਂਦੇ ਹੈ। ਹਰ ਸੇਤੀ ਮਨ ਵੇਦਿਆ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ ਉਹਨਾਂ ਦਾ ਹਰੀ ਦੇ ਨਾਮ ਨਾਲ ਮਨ ਵੇਦਿਆ ਮਿਲਿਆ ਹੋਇਆ ਹੈ, ਹਰ ਵਕਤ ਬਿਨਿਆ ਗਿਆ ਹੈ। ਜਿਉਂ ਬਾਲਕ ਲੱਗ ਦੁੱਧ ਖੀਰੇ ਰਾਮ। ਜਿਵੇਂ ਬੱਚਾ ਸਾਧ ਸੰਗਤ ਜੀ ਖੀਰੇ ਦੁੱਧ ਦੰਦੀਆਂ ਵਾਲਾ ਬੱਚਾ ਰੋਟੀ ਅਜੇ ਖਾ ਨਹੀਂ ਸਕਦਾ, ਫਲ ਖਾ ਨਹੀਂ ਸਕਦਾ, ਉਹ ਦੁੱਧ ਦੰਦੀਆਂ ਵਾਲਾ ਜਿਹੜਾ ਬੱਚਾ ਹੈ ਮਾਤਾ ਦੇ ਆਸਣ ਦੇ ਦੁੱਧ ਦੇ ਨਾਲ ਉਹ ਗਿੱਝਿਆ ਹੁੰਦਾ ਹੈ। ਇਸੇ ਪ੍ਰਕਾਰ ਅਸੀਂ ਮਹਾਰਾਜ ਸਾਹਿਬ ਦੇ ਬੱਚੇ ਹਾਂ, ਲੱਗ ਦੁੱਧ ਖੀਰੇ ਰਾਮ। ਮਹਾਰਾਜ ਦੇ ਨਾਮ ਰੂਪੀ ਦੁੱਧ ਦੇ ਵਿੱਚ ਮਹਾਰਾਜ ਦਾ ਉਪਦੇਸ਼ ਰੂਪੀ ਆਸਣ ਹੈ ਅਤੇ ਜੋ ਨਾਮ ਹੈ ਇਹ ਦੁੱਧ ਹੈ। ਇਹ ਦੁੱਧ ਦੁਨੀਆ ਵਾਲੇ ਅਸੀਂ ਬੱਚੇ ਹਾਂ, ਨਾਮ ਦੇ ਆਸਰੇ ਬਚਣ ਵਾਲੇ ਹਾਂ। ਹੋਰ ਸਾਧਨਾ ਰੂਪੀ ਅਸੀਂ ਕੋਈ ਕਰਤੱਵ ਭੋਜਨ ਆਦਿ ਖਾ ਨਹੀਂ ਸਕਦੇ। ਜੋ ਦੁੱਧ ਦੁਨੀਆ ਵਾਲੇ ਅਸੀਂ ਬੱਚਿਆਂ ਦੀ ਨਿਆਈ ਹਾਂ। ਸਤਿਗੁਰੂ ਸਾਹਿਬ ਦੇ ਨਾਮ ਕਰਕੇ ਅਸੀਂ ਜੀਵਨ ਪਾਉਨੇ ਹਾਂ। ਹਰ ਬਿਨ ਸਾਂਤ ਨਾ ਪਾਈਐ ਮੇਰੀ ਜਿੰਦੜੀ। ਖੀਰੇ ਜਿਵੇਂ ਅਸਤਨ ਦਾ ਦੁੱਧ ਹੁੰਦਾ ਹੈ, ਇਸ ਪ੍ਰਕਾਰ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਅਸਤਨ ਦਾ ਦੁੱਧ ਹੈ ਨਾਮ। ਹਰ ਬਿਨ ਸਾਂਤ ਨਾ ਪਾਈਐ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ ਹਰੀ ਦੀ ਪ੍ਰਾਪਤੀ ਬਿਨਾਂ ਸ਼ਾਂਤੀ ਨਹੀਂ ਕਿਤੇ ਵੀ ਪ੍ਰਾਪਤ ਹੁੰਦੀ ਹੈ। ਜਿਉਂ ਚਾਤਰਕ ਜਲ ਬਿਨ ਟੇਰੇ ਰਾਮ। ਜਿਵੇਂ ਬੁੱਧੀਆ ਜਿਹੜਾ ਜਲ ਤੋਂ ਬਗੈਰ ਟੇਰੇ ਉਚਾਰਦਾ ਬੋਲਦਾ ਹੈ, ਸ਼ਾਂਤੀ ਭਾਵੇਂ ਸਮੁੰਦਰ ਭਰੇ ਹੋਏ ਦਰਿਆ ਭਰੇ ਹੁੰਦੇ ਹੈ, ਸ਼ਾਂਤੀ ਬੂਰ ਨਛੱਤਰ ਦੀ ਬਰੀ ਤੋਂ ਬਿਨਾਂ ਬਗੀਹੇ ਦੀ ਪਿਆਸ ਨਹੀਂ ਜਾਂਦੀ। ਇਵੇਂ ਵੇਦ ਸ਼ਾਸਤਰਾਂ ਰੂਪੀ ਭਾਵੇਂ ਗਿਆਨ ਨਾਲ ਸਮੁੰਦਰ ਭਰੇ ਪਏ ਹੈ, ਸਤਿਗੁਰਾਂ ਦੇ ਮੁਖੋਂ ਜਿਹੜਾ ਬਚਨ ਨਿਕਲਣਾ ਇਹ ਸ਼ਾਂਤੀ ਬੂੰਦ ਹੈ। ਇਸ ਤੋਂ ਬਿਨਾਂ ਸਿੱਖਾਂ ਦੇ ਚਿੱਤ ਰੂਪੀ ਬਗੀਹਿਆਂ ਨੂੰ ਸ਼ਾਂਤੀ ਨਹੀਂ ਕਿਸ ਪ੍ਰਕਾਰ ਹੋ ਸਕਦੀ। ਮੇਰੀ ਜਿੰਦੜੀ। ਮੇਰੀ ਜਿੰਦ ਜਾਨ ਹਰੀ ਦੀ ਪ੍ਰਾਪਤੀ ਬਿਨਾਂ ਸ਼ਾਂਤੀ ਨਹੀਂ ਪਾਈ ਦੀ, ਟਿਕਾ ਨਹੀਂ ਆਉਂਦਾ। ਜਿਉਂ ਚਾਤਰਕ ਜਲ ਬਿਨ ਟੇਰੇ ਰਾਮ। ਜਿਵੇਂ ਬੁੱਧੀਆ ਸ਼ਾਂਤੀ ਬੂੰਦ ਤੋਂ ਬਿਨਾਂ ਬੋਲਦਾ ਹੀ ਰਹਿੰਦਾ ਹੈ, ਇਵੇਂ ਦੁਨੀਆ ਭਾਵੇਂ ਕਿੰਨੇ ਪਦਾਰਥ ਪ੍ਰਾਪਤ ਕਰਦੀ ਹੈ, ਰਾਮ ਦਾ ਨਾਮ ਰੂਪੀ ਸ਼ਾਂਤੀ ਬੂੰਦ ਤੋਂ ਬਿਨਾਂ ਬੋਲਦੇ ਹੀ ਰਹਿੰਦੇ, ਸ਼ਾਂਤੀ ਨਹੀਂ ਆਉਂਦੀ। ਸਤਿਗੁਰ ਸਰਣੀ ਜਾਏ ਪਉ ਮੇਰੀ ਜਿੰਦੜੀ। ਮੇਰੀ ਜਿੰਦ ਜਾਨ ਸਤਿਗੁਰੂ ਸਾਹਿਬ ਦੀ ਸ਼ਰਨ ਜਾ ਕੇ ਪੈਣਾ ਕਰ। ਗੁਣ ਦੱਸੇ ਹਰ ਪ੍ਰਭ ਕੇਰੇ। ਹਰੀ ਪ੍ਰਭੂ ਨਾਨਕ ਦੀ ਪ੍ਰਾਪਤੀ ਵਾਲੇ ਗੁਣ ਗੁਰੂ ਸਾਹਿਬ ਜੀ ਦੱਸਣ ਤੇ ਤਾਂ ਪ੍ਰਾਪਤੀ ਸੁਖ ਪ੍ਰਾਪਤ ਹੁੰਦਾ ਹੈ। ਜਨ ਨਾਨਕ ਹਰ ਮੇਲ ਆਇਆ ਮੇਰੀ ਜਿੰਦੜੀ। ਮੇਰੀ ਜਿੰਦ ਜਾਨ ਹਰੀ ਅਕਾਲ ਪੁਰਖ ਨੇ ਕਿਰਪਾ ਕਰਕੇ ਜਨਾਂ ਨੂੰ ਮੇਲ ਲਿਆ ਹੈ। ਘਰ ਬਾਜੇ ਸ਼ਬਦ ਘਣੇਰੇ ਰਾਮ ਦੇ ਨਾਮ ਰੂਪੀ ਘਰ ਹਿਰਦੇ ਦੇ ਅੰਦਰ ਘਣੇ ਬਾਜੇ ਵੱਜੇ ਆਏ ਹਨ। ਮਨਮੁਖ ਹਉ ਮੈਂ ਵਿਛੜੇ ਮੇਰੀ ਜਿੰਦੜੀ। ਜਿਹੜੇ ਮਨਮੁਖ ਲੋਕ ਹੈ ਦੇਹ ਦੀ ਹੰਗਤਾ ਕਰਕੇ ਹੈ ਮੇਰੀ ਜਾਨ ਉਹ ਵਿਛੜ ਚੁੱਕੇ ਹਨ। ਵਿਖ ਬਾਧੇ ਹਉ ਮੈਂ ਜਾਲੇ ਉਹ ਰਾਮ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਭੁਲਾ ਕਰਕੇ ਹਉਮੈ ਦੇ ਜਾਲ ਦੇ ਵਿਉ ਵਿੱਚ ਵੱਜੇ ਹੋਏ ਜ਼ਹਿਰੀਲੇ ਹੋ ਰਹੇ ਹਨ ਵਿਸ਼ਿਆਂ ਕਰਕੇ। ਜਿਉਂ ਪੰਛੀ ਕਪੂਤ ਆਪ ਬਣਾਇਆ ਮੇਰੀ ਜਿੰਦੜੀਏ। ਇਹ ਇੱਕ ਪ੍ਰਸੰਗ ਆਉਂਦਾ ਆਕਾਰਸ ਗ੍ਰੰਥ ਦੇ ਅੰਦਰ, ਜੋ ਭਾਗਵਤ ਦਾ ਆਕਾਰਸ ਸਕੰਧ ਹੈ, ਉਸ ਵਿੱਚ ਇੱਕ ਪੰਛੀ ਸੀ ਕਬੂਤਰ। ਉਹ ਸਾਧ ਸੰਗਤ ਜੀ ਆਂਡਾ ਉੱਥੇ ਪਿਆ ਸੀ ਤੇ ਹੋਰ ਕਬੂਤਰ ਨੇ ਉਸ ਨੂੰ ਕੱਢ ਦਿੱਤਾ। ਉਹ ਬੱਚਾ ਛੋਟਾ ਜਿਹਾ ਸੰਤ ਚੋਗਾ ਪਾਉਂਦੇ ਰਹੇ, ਰਾਜੀ ਹੋ ਗਿਆ, ਤਗੜਾ ਹੋ ਗਿਆ। ਤਗੜਾ ਹੋਣ ਤੋਂ ਉਹ ਸਤਸੰਗਤ ਕਰਿਆ ਕਰੇ ਹਮੇਸ਼ਾ, ਜਿੰਨਾ ਚਿਰ ਕੀਰਤਨ ਭਜਨ ਹੋਇਆ ਕਰੇ। ਉਹ ਕਬੂਤਰ ਸੰਤਾਂ ਦੀ ਸੰਗਤ ਛੱਡ ਕੇ ਨਾ ਜਾਇਆ ਕਰੇ।
ਕੋਈ ਦੇਵ ਦੇ ਕਾਰਨ ਕਰਕੇ ਉਹਨੂੰ ਹੋਰ ਇੱਕ ਕਬੂਤਰੀ ਦਾ ਮਿਲਾਪ ਹੋ ਗਿਆ। ਕਬੂਤਰੀ ਦੇ ਮਿਲਣੇ ਕਰਕੇ ਉਸ ਨੂੰ ਬੱਚੇ ਪੈਦਾ ਮੇਰੇ ਪੁੱਤਰ ਸਾਰੇ ਜਾਲ 'ਚ ਫਸ ਗਏ ਹੈ। ਉਸ ਵੇਲੇ ਸਾਧ ਸੰਗਤ ਜੀ ਇਹ ਵੀ ਮੋਹ ਦਾ ਮਾਰਿਆ ਜਾਲ 'ਚ ਜਾ ਕੇ ਫਸ ਗਿਆ। ਪਕੜ ਕੇ ਉਸ ਵੇਲੇ ਖੰਦਕ ਨੇ ਆਪਦੇ ਕਬਜ਼ੇ ਕਰ ਲਿਆ। ਉੱਥੇ ਆਉਂਦਾ ਕਹਿੰਦਾ ਵੀ ਕਿਹੜੇ ਕਪਾਹ ਵਿੱਚ ਕਿਹੜੇ ਖੇਤ 'ਚ ਕਪਾਹ ਬੀਜੀ ਸੀ, ਕਿਸ ਆਦਮੀ ਨੇ ਸੂਤ ਕੱਤਿਆ ਸੀ ਅਤੇ ਇਹ ਕਿੰਨ ਜਾਲ ਬਣਾਇਆ ਸੀ, ਇਹ ਕਿਸ ਸਮੇਂ ਵਿੱਚ ਅਸੀਂ ਫਸ ਗਏ। ਇਹ ਚਿਦਵਣੀ ਕਰਦੇ ਨੂੰ ਅਖੀਰ ਸ਼ਿਕਾਰੀ ਨੂੰ ਮਾਰ। ਇਸੇ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਫਰਮਾਉਂਦੇ ਹਨ, ਜਿਉ ਪੰਛੀ ਕਬੂਤਰ ਆਪ ਬਣਾਇਆ ਮੇਰੀ ਜਿਵੇਂ ਜ਼ਿੰਦਗੀ। ਕਬੂਤਰ ਪੰਛੀ ਨੇ ਆਪਦੇ ਪਰਿਵਾਰ ਦੇ ਮੋਹ 'ਚ ਪੈ ਕੇ ਸਤਸੰਗਤ ਦਾ ਅਸਰ ਛੱਡ ਕੇ ਆਪਣੇ ਆਪ ਨੂੰ ਬਣਾ ਲਿਆ ਸੀ ਇਹ ਮੇਰੀ ਜਿੰਦ ਜਾਨ। ਤਿਉ ਮਨਮੁਖ ਸਭ ਵਸ ਕਾਲੇ ਆਪਣੇ ਆਪ ਨੂੰ ਵਿਦਵਾਨ ਮਨ ਕਰਕੇ ਬੜੇ ਅਸੀਂ ਪੰਡਤ ਹਾਂ, ਬੜੇ ਸਿਆਣੇ ਗਿਆਨੀ ਹਾਂ। ਬਿਨ ਨਿਖੇਧ ਰੂਪੀ ਖੰਭਾਂ ਵਾਲੇ ਜੀਆਂ ਨੇ ਕ੍ਰਿਸ਼ਨਾ ਰੂਪੀ ਇਸਤਰੀ ਵਿੱਚ, ਰਾਗ ਵਿਆਸ ਰੂਪੀ ਪੁੱਤਰਾਂ ਵਿੱਚ ਆਪਣੇ ਆਪ ਨੂੰ ਬਣਾ ਕੇ ਕਹਿੰਦੇ ਕਿਹੜੇ ਖੇਤ ਵਿੱਚ ਰੂਹ ਬੀਜੀ ਸੀ, ਕਪਾਹ ਬੀਜੀ ਸੀ। ਕਿਉਂ ਇਹ ਧਰਮ ਕਹਾਂ ਸੇ ਹੋਇਆ ਹੈ ਅਤੇ ਧਰਮ ਕਿਉਂ ਚਿੰਬੜ ਗਿਆ, ਸਾਨੂੰ ਕਿਉਂ ਪੈ ਗਿਆ। ਇਉਂ ਜਾਲ 'ਚ ਪਿਆ ਨੂੰ ਕਾਲ ਨੇ ਅੰਤ ਨੂੰ ਖਾ ਲਿਆ। ਇਹੀ ਜੀ ਹਾਲਤ ਹੋ ਗਈ। ਫਰਮਾਉਂਦੇ ਹਨ, ਤਿਉ ਮਨਮੁਖ ਸਭ ਵਸ ਕਾਲੇ ਰਾਮ। ਇਸ ਪ੍ਰਕਾਰ ਜਿਹੜੇ ਮਨਮੁਖ ਹਨ ਰਾਮ ਤੋਂ, ਉਹ ਸਭ ਕਾਲ ਦੇ ਵਸ ਇਸ ਪ੍ਰਕਾਰ ਹਨ। ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜ਼ਿੰਦੜੀ। ਫਿਰ ਮੇਰੀ ਜਿੰਦ ਜਾਨ ਮਾਇਆ ਦੇ ਮੋਹ ਵੀ ਜਿਹੜੇ ਚਿੱਤੀ ਬਿਰਤ ਨੂੰ ਲਾਉਂਦੇ ਹਨ ਲੋਕ, ਤੇ ਮਨਮੁਖ ਮੂੜ ਬੇਤਾਲੇ ਰਾਮ। ਉਹ ਤਾਂ ਮਨਮੁਖ ਹਨਗੇ, ਮੂਰਖ ਹਨ, ਬੇਤਾਲੇ ਭੁੱਲੇ ਖੁੰਝੇ ਹੋਏ ਤਾਲ ਵਿਚਾਰ ਸਰੂਪ ਦੀ ਤੋਂ, ਰਾਮ ਦੀ ਤੋਂ ਹਨ ਉਹ। ਜਨ ਤਰਾਹ ਤਰਾਹ ਸਰਣਾਗਤੀ ਮੇਰੀ ਜ਼ਿੰਦੜੀਏ। ਅਸੀਂ ਮਹਾਰਾਜ ਆਪਦੀ ਜਨ ਆਪਦੀ ਸ਼ਰਨ ਤਰਾਹ ਤਰਾਹ ਰੱਖਿਆ ਕਰੋ, ਰੱਖਿਆ ਕਰੋ। ਤਾਹੀ ਮਾਂ ਸ਼ਰਨ ਹਾਂ, ਸ਼ਰਨ ਹਾਂ। ਇਸ ਪ੍ਰਕਾਰ ਮੇਰੀ ਜਿੰਦ ਬੇਨਤੀ ਕਰੀਏ। ਗੁਰੂ ਨਾਨਕ ਹਰਿ ਰਖਵਾਲੇ ਰਾਮ। ਹਰੀ ਜੋ ਰਾਮ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਦੇਵ ਜੀ ਹੈ, ਉਹ ਆਪਣੇ ਰੱਖਿਆ ਕਰਨ ਵਾਲੇ ਹੈ। ਜੂ ਰੱਖਿਆ ਕਰਨਗੇ ਆਪਣੀ। ਹਰ ਜਨ ਹਰ ਲਿਵ ਉਬਰੇ ਮੇਰੀ ਜ਼ਿੰਦੜੀਏ। ਇਹ ਮੇਰੀ ਜਿੰਦ ਜਾਨ ਜਿਹੜੇ ਹਰੀ ਦੇ ਜਨ ਹਰੀ ਦੀ ਲਿਵ ਵਿੱਚ ਲੱਗੇ ਹੈ, ਉਹ ਉਬਰੇ ਬਚ ਗਏ ਹਨ। ਗੁਰ ਭਾਗ ਵੱਡੇ ਹਰ ਪਾਇਆ ਰਾਮ। ਜਿਨ੍ਹਾਂ ਦੇ ਧਰੋਂ ਮੱਥੇ ਦੇ ਵੱਡੇ ਭਾਗ ਕਰਮ ਹਨ, ਉਹਨਾਂ ਹਰੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਰਾਮ ਦੇ ਪਾਈ। ਹਰ ਹਰ ਨਾਮ ਪੂਤ ਹੈ ਮੇਰੀ ਜ਼ਿੰਦੜੀ। ਹਰ ਹਰ ਪਰਮੇਸ਼ਰ ਦਾ ਨਾਮ ਪੋਤ ਜਹਾਜ਼ ਹੈ ਮੇਰੀ ਜਿੰਦ ਜਾਨ। ਗੁਰ ਖੇਵਟ ਸ਼ਬਦ ਤਰਾਇਆ ਰਾਮ। ਗੁਰੂ ਸਾਹਿਬ ਦਾ ਜਿਹੜਾ ਸ਼ਬਦ ਉਪਦੇਸ਼ ਹੈ, ਇਹ ਖੇਵਟ ਮਲਾਹ ਹੈ। ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਧਾਰਨ ਕੀਤਾ ਹੈ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਤਾਰ ਦਿੱਤਾ ਸੰਸਾਰ ਸਮੁੰਦਰ ਰਾਮ ਦਾ ਨਾਮ ਦੇ ਕੇ। ਹਰ ਹਰ ਪੁਰਖ ਦਇਆਲ ਹੈ ਮੇਰੀ ਜ਼ਿੰਦੜੀ। ਇਹ ਮੇਰੀ ਜਿੰਦ ਜਾਨ ਹਰ ਹਰ ਜੋ ਪਰਮੇਸ਼ਰ ਪੂਰਨ ਹੈ, ਉਹ ਦਇਆ ਦਾ ਘਰ ਹੈ। ਗੁਰ ਸਤਿਗੁਰ ਮੀਠ ਗਾਇਆ ਰਾਮ। ਗੁਰੂ ਸਤਿਗੁਰੂ ਰਾਮ ਦੇ ਸਰੂਪ ਨੇ ਉਸ ਮਿੱਤਰ ਰਾਮ ਦੇ ਤਾਂ ਹੀ ਮੇਲ ਦਿੱਤਾ ਹੈ। ਪੂਜਨੀਕ ਸਤਿਗੁਰੂ ਚੇਤਨ ਸਰੂਪ ਗੁਰਾਂ ਨੇ। ਕਰ ਕਿਰਪਾ ਸੁਣ ਬੇਨਤੀ ਹਰ ਹਰ। ਫਿਰ ਹਰ ਪਰਮੇਸ਼ਰ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਤੇ ਬੇਨਤੀ ਨੂੰ ਸੁਣੋ। ਜਨ ਨਾਨਕ ਨਾਮ ਧਿਆਇਆ ਫਿਰ ਰਾਮ। ਅਸੀਂ ਤੇਰੇ ਜਨਾਂ ਨਾਮ ਨੂੰ ਧਿਆਨਾ ਕੀਤਾ ਹੈ। ਤੇਰੇ ਨਾਮ ਨੂੰ ਜਿਵੇਂ ਜਨਾਂ ਨੂੰ ਧਿਆਇਆ ਹੈ ਰਾਮ, ਅਸੀਂ ਵੀ ਤੇਰੇ ਨਾਮ ਨੂੰ ਧਿਆਨਾ ਕਰੀਏ। ਇਹ ਬੇਨਤੀ ਸੁਣੋ। ਬਿਹਾਗੜਾ ਮਹੱਲਾ ਚੌਥਾ। ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜ਼ਿੰਦੜੀਏ। ਇਹ ਮੇਰੀ ਜਿੰਦ ਜਾਨ ਜਗ ਦੇ ਚ ਲੋਕ ਸੁਕ੍ਰਿਤ ਪੁੰਨ ਕਰਦੇ ਹੈ। ਜਨਮੇਜੇ ਨੂੰ ਜਗ ਕਰਨ ਲੱਗੇ ਨੇ, ਤਿੰਨ ਕਰ ਜਗ 18 ਕਹਾਏ। ਕਿਰਤ ਨੇ ਚਲੇ ਚਲਾਇਆ। ਜਗ ਕਰਨ ਲੱਗੇ ਨੇ 18 ਬਾਹਮਣਾਂ ਨੂੰ ਹੱਥੀਂ ਕਤਲ ਕਰ ਦਿੱਤਾ। ਫੇਰ ਕੋੜ ਹੋ ਗਿਆ। 18 ਵਰਨ ਦੇ ਗੋਤਰਾਂ ਨੂੰ ਵੀ ਨਾਸ਼ ਕਰਦਾ ਕਿ ਰਾਣੀ ਦਾ ਪਰਦਾ ਚੱਕੇ ਤੋਂ ਹੱਸੇ ਕਿਉਂ ਇਹ ਮੁੰਡੇ। ਇਸ ਪ੍ਰਕਾਰ ਜਨਮੇਜਾ ਕੋੜ ਦੇ ਨਾਲ ਹੀ ਭੁੱਲ ਗਿਆ। ਉਹ ਪੁੰਨ ਕਰਦਾ ਹੋਇਆ ਅੰਤ ਨੂੰ ਸਾਧ ਸੰਗਤ ਜੀ ਨੱਕ ਵੱਟ ਕਰਕੇ ਕਿ ਭੀਮ ਸੈਨ ਦੇ ਹਾਥੀ ਚਲਾਏ ਹੋਏ ਜਿਹੜੇ ਅਜੇ ਨਹੀਂ ਦਿਸਦੇ, ਵਿਆਸ ਨੂੰ ਮੰਤਰਾਂ ਦੇ ਜ਼ੋਰ ਨਾਲ ਉਤਾਰ ਕੇ ਉਖਾੜਤੇ। ਇਸ ਪ੍ਰਕਾਰ ਨੱਕ ਵੱਟਣੇ ਕਰਕੇ ਕੋੜ ਨੱਕ 'ਚ ਰਹਿ ਗਿਆ ਤੇ ਜਨਮੇਜਾ ਚੜ੍ਹਾਈ ਕਰ ਗਿਆ। ਇਹ
ਪੁੰਨਾ ਵਾਲੇ ਕਿਰਤ ਕਰਨ ਵਾਲੇ ਲੋਕ ਜਿਹੜੇ ਪਛਤਾਤਾਪ ਵੀ ਕਰੇ ਹਰੀ ਚੰਦ ਨੇ ਦਾਨ ਕਰਨ ਲੱਗੇ ਨੇ ਚੂੜਿਆਂ ਦੇ ਪਾਸ ਵਿਸ਼ਵਾਮਿੱਤਰ ਨੂੰ ਮੁਕਾਤਾ। ਇਹ ਜਿਹੇ ਸੁਕਿਰਤ ਕੰਮ ਲੋਕਾਂ ਨੂੰ ਮੰਨੇ ਸੀ, ਪਰ ਉਹਨਾਂ ਸਾਰਿਆਂ ਸੁਕਿਰਤ ਕੰਮਾਂ ਵਿੱਚੋਂ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਗ ਦੇ ਵਿੱਚ ਸੁਕਿਰਤ ਪੁੰਨ ਰੂਪ ਸ੍ਰੇਸ਼ਟ ਕਿਰਤ ਰੂਪ ਪਰਮੇਸ਼ਰ ਦਾ ਨਾਮ ਹੈ। ਹਰ ਕੀਰਤ ਹਰ ਮਨ ਧਾਰੇ ਰਾਮ। ਹਰੀ ਰਾਮ ਦੇ ਕੀਰਤਨ ਨੂੰ ਮਨ ਵਿੱਚ ਧਾਰਨ ਕਰੋ, ਵਸਾਉਣਾ ਕਰੋ ਤੇ ਬਾਣੀ ਕਰਕੇ ਵੀ ਕਰੋ। ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ ਹਰ ਪਰਮੇਸ਼ਰ ਦਾ ਨਾਮ ਹੀ ਪਵਿੱਤਰ ਹੈ। ਜਪ ਹਰ ਹਰ ਨਾਮ ਉਧਾਰੇ ਰਾਮ। ਹਰ ਹਰ ਰਾਮ ਦੇ ਨਾਮ ਨੂੰ ਜਪੋ ਤੇ ਰਾਮ ਉਧਾਰ ਲਵੇਗਾ, ਸਾਨੂੰ ਬਚਾ ਲਵੇਗਾ। ਸਭ ਕਿਲ ਵਿਖ ਪਾਪ ਦੁੱਖ ਕੱਟਿਆ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ ਦੇ ਕਿਲ ਵਿਖ ਜਿਹੜੇ ਸੀ, ਕਿਲ ਨਿਸ਼ਚੇ ਕਰਕੇ ਵਿਉ ਰੂਪ ਜਿਹੜੇ ਪਾਪ ਸੀ ਤੇ ਦੁੱਖ ਜੰਮਣ ਵਰਗੇ ਨੂੰ ਕੱਟ ਦਿੱਤਾ। ਮਲ ਗੁਰਮੁਖ ਨਾਮ ਉਤਾਰੇ ਰਾਮ। ਰਾਮ ਦਾ ਨਾਮ ਗੁਰਮੁਖਾਂ ਦੀ ਸੰਗਤ ਦੁਆਰਾ ਪਾਪਾਂ ਦੀ ਮੈਲ ਨੂੰ ਉਤਾਰ ਦਿੰਦਾ ਹੈ। ਵੱਡ ਪੁੰਨੀ ਹਰ ਧਿਆਇਆ ਜਨ ਨਾਨਕ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਜਨਾਂ ਨੇ ਵੱਡਿਆਂ ਪੁੰਨਾਂ ਵਾਲਿਆਂ ਨੂੰ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ, ਨਿਸ਼ਕਾਮੀਆਂ ਨੇ, ਹਮ ਮੂਰਖ ਮੁਗਧ ਨਿਸਤਾਰੇ ਰਾਮ। ਉਹਨਾਂ ਨੂੰ ਤਮਾਮ ਜਿਹੜੇ ਮੂਰਖ ਸੀ ਵਿਵਹਾਰਾਂ ਕਰਕੇ ਮੁਗਧ ਸੀ ਸਤ ਸ਼ਾਸਤਰ ਵੱਲੋਂ, ਉਹਨਾਂ ਸਾਰਿਆਂ ਦਾ ਰਾਮ ਦੇ ਨਾਲ ਨਾਲ ਨਿਸਤਾਰਾ ਕਰ ਦਿੱਤਾ। ਹਮਾਰੇ ਤਾਈਂ ਜੋ ਮੂਰਖ ਸੀ ਵਿਵਹਾਰਾਂ ਕਰਕੇ ਅਤੇ ਮੁਗਧ ਸਾਂ ਸ਼ਾਸਤਰ ਗਿਆਨ ਕਰਕੇ ਵੀ ਮਰਨ ਧਾਰ ਦਿੱਤਾ ਰਾਮ ਦੇ ਨਾਮ ਨੂੰ ਦੇ ਕੇ। ਜੋ ਹਰ ਨਾਮ ਧਿਆਉਂਦੇ ਮੇਰੀ ਜਿੰਦ। ਇਹ ਮੇਰੀ ਜਿੰਦ ਜਾਨ ਜੋ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਜਿਨ੍ਹਾਂ ਪੰਚੇ ਵਸਗਤ ਆਏ ਰਾਮ। ਉਹਨਾਂ ਦੇ ਪੰਜੇ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਇਹਨਾਂ ਦੀ ਗੱਦ ਜਿਹੜੀ ਚਾਲ ਸੀ ਬਸ ਆ ਗਈ ਹੈ, ਉਹਨਾਂ ਨੂੰ ਅਧੀਨ ਕਰ ਲਿਆ ਇਹਨਾਂ ਦੇ ਤਾਈਂ। ਅੰਤਰ ਨਵ ਨਿਧ ਨਾਮ ਹੈ ਮੇਰੀ ਜਿੰਦੜੀ। ਉਹਨਾਂ ਦੇ ਹਿਰਦੇ ਅੰਦਰ ਨਵੇਂ ਨਿਧੀਆਂ ਦੇ ਦੇਣ ਵਾਲਾ, ਭਗਤੀ ਨਵ ਦਾ ਭਗਤੀ ਦੇਣ ਵਾਲਾ, ਅਸਲ ਬਸਨ ਆਦਿਕ ਨਵ ਨਿਧੀਆਂ ਦੇ ਦੇਣ ਵਾਲਾ ਨਾਮ ਅੰਦਰ ਬਸਿਆ ਹੈ। ਗੁਰ ਸਤਿਗੁਰ ਅਲਖ ਲਿਖਾਏ ਰਾਮ। ਸਤਿਗੁਰੂ ਜੀ ਨੇ ਅਲਖ ਨੂੰ ਲਿਖਾਤਾ ਪ੍ਰਗਟ ਕਰਕੇ ਰਾਮ ਹੈ ਪਿਆਰੇ, ਰਾਮ ਦੇ ਨਾਮ ਨੂੰ ਪ੍ਰਗਟ ਕੇ ਦਿਖਾਤਾ ਹੈ ਰਾਮ ਦੇ ਨਾਮ ਨੂੰ। ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ ਸਤਿਗੁਰਾਂ ਦੀ ਆਸਾ ਜਿਹੜੀ ਦੀਰਘ ਕਾਲ ਦੀ ਇੱਕ ਸੀ, ਮਨਸਾ ਮਿੰਟ ਮਿੰਟ ਦੀ ਜਿਹੜੀ ਇੱਛਾ ਸੀ ਸਾਰੀਆਂ ਪੂਰੀਆਂ ਕਰਤੀਆਂ ਉਹਨਾਂ ਦੀਆਂ ਬੁੱਧੀ ਦੀਆਂ ਆਸਾ। ਹਰ ਮਿਲਿਆ ਭੁੱਖ ਸਭ ਜਾਏ ਰਾਮ। ਹਰੀ ਰਾਮ ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਦੀਆਂ ਸਾਰੀਆਂ ਭੁੱਖਾਂ ਚਲੀਆਂ ਜਾਂਦੀਆਂ ਹਨ। ਗੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀ। ਜਿਨ੍ਹਾਂ ਦੇ ਘਰੋਂ ਮੱਥੇ ਤੇ ਲੇਖ ਮਹਾਰਾਜ ਜੀ ਸਰੂਪ ਦੀ ਪ੍ਰਾਪਤੀ ਦਾ ਇਸ ਜਨਮ ਵਿੱਚ ਲਿਖ ਦਿੱਤਾ ਹੈ ਮੇਰੀ ਜਾਨ। ਜਨ ਨਾਨਕ ਹਰ ਗੁਣ ਗਾਏ ਰਾਮ। ਉਹਨਾਂ ਦਾ ਰਾਮ ਦਾ ਰੂਪ ਹਰੀ ਰਾਮ ਦਾ ਰੂਪ ਗੁਰੂ ਸਾਹਿਬ ਪ੍ਰਾਪਤ ਕੀਤੇ ਹੈ, ਜਾਂ ਗੁਰਾਂ ਦੁਆਰਾ ਹਰੀ ਜੋ ਰਾਮ ਰਮਿਆ ਤਿਸ ਨੂੰ ਕਵਨ ਕੀਤਾ ਹੈ। ਜਨ ਨਾਨਕ ਹਰ ਗੁਣ ਗਾਏ ਰਾਮ। ਉਹਨਾਂ ਨੇ ਰਾਮ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ। ਸਤਿਗੁਰੂ ਜੀ ਕਹਿੰਦੇ ਹਨ, ਹਮ ਪਾਪੀ ਬਲ ਵਾਂਚੀਆ ਮੇਰੀ ਜਿੰਦੜੀਏ। ਅਸੀਂ ਤਮਾਮ ਜੀਵ ਇਹ ਜਿਹੇ ਹਾਂ ਪਾਪ ਕਰਦੇ ਹਾਂ, ਗੁਰੂ ਦੀ ਆਗਿਆ ਤੋਂ ਉਲਟ ਕਰਨ ਨੂੰ ਪਾਪ ਕਰਦੇ ਹਾਂ। ਪਾਪੀ ਬਲ ਵਾਂਚੀਆ ਮੇਰੀ ਜਿੰਦੜੀਏ। ਕਿਸੇ ਦੇ ਨਾਲ ਬਲ ਫਰੇਬ ਕਰਦੇ ਆ, ਛਲ ਕਰਦੇ ਆ ਤੇ ਬਾਂਚੀਆ ਠੱਗੀ ਮਾਰਦੇ ਹੈ ਮੇਰੀ ਜਿੰਦ ਜਾਨ। ਪਰ ਦਰੋਹੀ ਠੱਗ ਮਾਇਆ ਪਰਾਇਆਂ ਦੇ ਨਾਲ ਦਰੋਹੀ ਵੈਰ ਕਰਦੇ ਆ, ਦਰੋਹੀ ਛਲ ਕਰਦੇ ਹਾਂ ਤੇ ਮਾਇਆ ਦੇ ਠੱਗਣ ਵਾਲੇ ਹਾਂ। ਰਾਮ ਤੋਂ ਬੇਮੁਖ ਹੋ ਕੇ ਵੱਡ ਭਾਗੀ ਗੁਰ ਪਾਇਆ ਮੇਰੀ ਜਿੰਦੜੀ। ਇਹ ਮੇਰੀ ਜਿੰਦ ਵੱਡਿਆਂ ਭਾਗਾਂ ਕਰਕੇ ਸਤਿਗੁਰੂ ਜੀ ਪ੍ਰਾਪਤ ਕੀਤੇ ਹਨ। ਗੁਰ ਪੂਰਾ ਗਤ ਮਿਤ ਪਾਇਆ ਰਾਮ। ਪੂਰਿਆਂ ਗੁਰਾਂ ਦੁਆਰਾ ਰਾਮ ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਮਰਜ਼ਾਦਾ ਨੂੰ ਪਾਉਣਾ ਕੀਤਾ ਹੈ। ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ ਗੁਰੂ ਸਾਹਿਬ ਨੇ ਅੰਮ੍ਰਿਤ ਸਾਡੇ ਮੂੰਹ ਵਿੱਚ ਜੇ ਪੰਜ ਪਿਆਰੇ ਚੁਲਾ ਪੜਾ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਉਂ ਮਾਰਨ ਚੋਣਾ ਕੀਤਾ ਅੰਮ੍ਰਿਤ ਨਾਮ। ਫਿਰ ਮਰਦਾ ਬਹੁੜ ਜੀਵ ਆਇਆ। ਇਹ ਮੁੜ ਮੁੜ ਕੇ ਜੂਨਾਂ 'ਚ ਫਿਰਦਾ ਸੀ ਤੇ ਮਰਦਾ ਸੀ, ਇਹਨੂੰ ਮੁੜ ਕੇ ਰਾਮ ਦਾ ਨਾਮ ਦੇ ਕੇ ਜਿਉਂਦਾ ਕਰ ਦਿੱਤਾ ਹੈ, ਕਰ ਦਿੱਤਾ। ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀ। ਇਹ ਮੇਰੀ ਜਿੰਦ ਜਾਨ ਜੋ ਸਤਿਗੁਰਾਂ ਦੇ ਨਾਲ ਮਿਲੇ ਹਨ,
ਸਭ ਦੁੱਖ ਗਵਾਇਆ ਰਾਮ। ਉਹਨਾਂ ਦੇ ਰਾਮ ਨੇ ਸਾਰੇ ਜੰਮਣ ਦੇ ਦੁੱਖਾਂ ਨੂੰ ਗਵਾ ਦਿੱਤਾ ਹੈ। ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀ। ਇਹ ਜਿੰਦੇ ਅਤਿਅੰਤ ਉੱਤਮ ਸਾਰਿਆਂ ਸਾਧਨਾਂ ਚੋਂ ਪਰਮੇਸ਼ਰ ਦਾ ਨਾਮ ਹੈ। ਜਿਤ ਜਪਿਆ ਪਾਪ ਗਵਾਤੇ ਰਾਮ। ਜਿਸ ਰਾਮ ਦੇ ਨਾਮ ਨੂੰ ਜਪਣੇ ਕਰਕੇ ਸਾਰੇ ਪਾਪ ਗਵਾਏ ਜਾਂਦੇ ਹਨ। ਪਤਿਤ ਪਵਿੱਤਰ ਗੁਰ ਹਰਿ ਕੀਏ ਮੇਰੀ ਜਿੰਦੜੀ। ਮੇਰੀ ਜਿੰਦਗੀਆਂ ਨੂੰ ਪਾਪੀ ਆਦਮੀ ਵੀ ਪਵਿੱਤਰ ਗੁਰੂ ਸਾਹਿਬ ਨੇ ਹਰੀ ਦਾ ਨਾਮ ਦੇ ਕੇ ਕਰ ਦਿੱਤੇ। ਚਹੁ ਕੁੰਦੀ ਚਹੁ ਜੁਗ ਜਾਤੇ ਰਾਮ। ਉਹ ਰਾਮ ਦੇ ਪਿਆਰੇ ਚਹੁ ਯੁੱਗਾਂ ਵਿੱਚ ਸੱਜੂ ਤੇਤਾ ਦੁਆਪਰ ਕਲਯੁਗ ਵਿੱਚ ਚਹੁ ਕੁੰਟਾਂ ਚ ਉੱਤਰ ਦੱਖਣ ਪੂਰਬ ਪੱਛਮ ਚ ਸਾਰੇ ਜਾਣੇ ਗਏ ਚਾਰ ਖਾਣੀਆਂ ਚ। ਹਉਮੈ ਮੈਲ ਸਭ ਉਤਰੀ ਮੇਰੀ ਜਿੰਦੜੀ। ਉਹਨਾਂ ਦੀ ਹਉਮੈ ਦੀ ਮੈਲ ਸਾਰੀ ਉਤਰ ਗਈ ਹੈ ਮੇਰੀ ਜਿੰਦ ਜਾਨ। ਹਰ ਅੰਮ੍ਰਿਤ ਹਰ ਸਰ ਨਹਾਤੇ ਰਾਮ। ਜਿਹੜੇ ਹਰ ਹਰ ਨਾਮ ਰੂਪੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਆ। ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ। ਮੇਰੀ ਜਿੰਦ ਜਾਨ ਉਹ ਗੁਨਾਹਾਂ ਨੂੰ ਕਰਨ ਵਾਲੇ ਹੋਰਨਾਂ ਦੇਵਤੇ ਉਲਾਝਣ ਵਾਲੇ ਪਾਪਾਂ ਨੂੰ ਕਰਨ ਵਾਲੇ ਉਧਰ ਕੇ ਮੁਕਤ ਹੋ ਗਏ। ਜਨ ਨਾਨਕ ਖਿਨ ਹਰ ਰਾਤੇ। ਜਿਹੜੇ ਖਿਨ ਜਿੰਨਾ ਚਿਰ ਵੀ ਰਾਮ ਹਰੀ ਦੇ ਵਿੱਚ ਰੰਗੇ ਗਏ ਜਿਨ੍ਹਾਂ ਦੇ ਚਿੱਤ। ਬਿਹਾਗੜਾ ਮਹੱਲਾ ਚੌਥਾ। ਹਉ ਬਲਿਹਾਰੀ ਤਿਨ ਕਉ ਮੇਰੀ ਜਿੰਦੜੀਏ। ਮੇਰੀ ਜਿੰਦ ਜਾਨ ਉਹਨਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਣੇ ਹਾਂ। ਜਿਨ ਹਰ ਹਰ ਨਾਮ ਆਧਾਰੂ ਰਾਮ। ਜਿਨ੍ਹਾਂ ਦੇ ਰਾਮ ਦਾ ਹਰ ਹਰ ਦਾ ਨਾਮ ਆਸਰਾ ਹੈ ਹਿਰਦੇ ਚ। ਗੁਰ ਸਤਿਗੁਰ ਨਾਮ ਦਿੜਾਇਆ ਮੇਰੀ ਜਿੰਦੜੀਏ। ਸਤਿਗੁਰੂ ਨੇ ਨਾਮ ਉਹਨਾਂ ਨੂੰ ਦ੍ਰਿੜ ਕਰਾਤਾ ਹੈ। ਮੇਰੀ ਜਾਨ ਵਿਖ ਭਉ ਜਲ ਤਾਰਨ ਹਾਰੂ ਰਾਮ। ਇਹ ਮਹਾਰਾਜ ਦਾ ਐਸਾ ਨਾਮ ਹੈ ਬਿਉ ਜੋ ਸੰਸਾਰ ਸਮੁੰਦਰ ਹੈ ਇਸ ਤੋਂ ਤਾਰਨ ਵਾਲਾ ਹੈ ਰਾਮ ਦਾ ਨਾਮ। ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀ। ਮੇਰੀ ਜਿੰਦ ਜਾਨ ਜਿਨ੍ਹਾਂ ਨੂੰ ਇਕਾਗਰ ਮਨ ਕਰਕੇ ਇੱਕ ਚਿੱਤ ਇੱਕ ਮਨ ਹੋ ਕੇ ਹਰੀ ਨੂੰ ਧਿਆਉਣਾ ਕੀਤਾ ਹੈ। ਤਿਨ ਸੰਤ ਜਨਾ ਜੈਕਾਰੂ ਰਾਮ। ਉਹ ਰਾਮ ਦੇ ਸੰਤ ਹਨ ਉਹਨਾਂ ਦਾ ਜੈ ਜੈਕਾਰ ਹੈ ਇਹ ਪਿਆਰੇ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀ। ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਜਪਿਆ ਹੈ ਉਹਨਾਂ ਨੂੰ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ ਮੇਰੀ ਜਾਨ। ਸਭ ਦੁਖ ਨਿਵਾਰਨ ਹਾਰੂ ਰਾਮ ਉਹਦੇ ਸਾਰੇ ਜੰਮਣ ਬੰਦੇ ਦੁੱਖ ਮੇਟਣ ਵਾਲਾ ਹੈ। ਰਸਨਾ ਧਨ ਧਨ ਹੈ ਮੇਰੀ ਜਿੰਦੜੀ। ਮੇਰੀ ਜਿੰਦਗੀ ਜਾਨ ਉਹ ਰਸਨਾ ਹੈ ਜੋ ਰਸ ਕਰਕੇ ਗੁਣ ਗਾਉਂਦੀ ਹੈ ਧਨਤਾ ਦੇ ਯੋਗ ਹੈ। ਗੁਣ ਗਾਵੇ ਹਰ ਪ੍ਰਭ ਕੀਰੇ ਰਾਮ। ਜਿਹੜੇ ਹਰੀ ਪ੍ਰਭੂ ਰਾਮ ਕੇਰੇ ਦੇ ਗਾਉਂਦੀ ਹੈ ਗੁਣਾਂ ਨੂੰ। ਤੇ ਸਰਵਨ ਭਲੇ ਸੋਭਨੀਕ ਹੈ ਮੇਰੀ ਜਿੰਦੜੀ। ਮੇਰੀ ਜਿੰਦਗੀ ਉਹ ਸਰਵਨ ਕੰਮ ਬੜੇ ਚੰਗੇ ਹੈ ਤੇ ਸੋਭਨੀਕ ਹਨ। ਹਰ ਕੀਰਤਨ ਸੁਣੈ ਹਰ ਤੇਰੇ ਹੇ ਰਾਮ ਜੋ ਹਰ ਹਰ ਤੇਰੇ ਕੀਰਤਨ ਨੂੰ ਸੁਣਦੇ ਹਨ ਕੰਨ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀ। ਹੇ ਮੇਰੀ ਜਿੰਦ ਜਾਨ ਉਹ ਸਿਰ ਵੀ ਭਲਿਆਂ ਤੋਂ ਭਲਾ ਹੈ ਪਵਿੱਤਰ ਤੋਂ ਪਵਿੱਤਰ ਹੈ ਪਾਵਨ ਕਰਨ ਵਾਲਾ ਹੈ। ਜੋ ਜਾਏ ਲੱਗਾ ਗੁਰ ਪੈਰੇ ਰਾਮ। ਜੋ ਪਾਵਨ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਰਾਮ ਦਾ ਰੂਪ ਉਹਨਾਂ ਚਰਨਾਂ ਕਮਲਾਂ ਦੇ ਨਾਲ ਜਾ ਕੇ ਲੱਗਦਾ ਸਿਰ ਉਹ ਪਵਿੱਤਰ ਤੋਂ ਪਵਿੱਤਰ ਭਲੇ ਤੋਂ ਭਲਾ ਹੋ ਜਾਂਦਾ ਹੈ। ਗੁਰ ਵਿਟਹੁ ਨਾਨਕ ਵਾਰਿਆ ਮੇਰੀ ਜਿੰਦੜੀ। ਹੇ ਮੇਰੀ ਜਿੰਦ ਜਾਨ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਰਾਮਦਾਸ ਫਰਮਾਉਂਦੇ ਹਨ ਗੁਰੂ ਅਮਰਦਾਸ ਸਾਹਿਬ ਤੋਂ ਬਾਰਨੇ ਜਾਂਦੇ ਹਾਂ। ਜਿਨ ਹਰ ਹਰ ਨਾਮ ਚਿਤੇਰੇ ਰਾਮ। ਜਿਨ੍ਹਾਂ ਨੇ ਹਰ ਰਾਮ ਦੇ ਨਾਮ ਨੂੰ ਚਿਤੇਰੇ ਚੇਤੇ ਕਰਾਉਣਾ ਕੀਤਾ ਹੈ। ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ। ਉਹ ਨੇਤਰ ਭਲੇ ਤੋਂ ਭਲੇ ਪ੍ਰਮਾਣਿਕ ਸਫਲੇ ਹਨ ਹੈ ਮੇਰੀ ਜਿੰਦ। ਜੋ ਸਾਧੂ ਸਤਿਗੁਰ ਦੇਖੈ ਰਾਮ। ਜੋ ਰਾਮ ਦੇ ਸਾਧੂ ਸ੍ਰੇਸ਼ਟ ਸੰਤ ਗੁਰਸਿੱਖਾਂ ਨੂੰ ਤੇ ਸਤਿਗੁਰਾਂ ਨੂੰ ਰਾਮ ਦੇ ਰੂਪ ਵੇਖਦੇ ਹਨ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ। ਉਹ ਹੱਥ ਵੀ ਪਵਿੱਤਰ ਤੋਂ ਪਵਿੱਤਰ ਹਨ ਹੈ ਮੇਰੀ ਜਿੰਦ। ਜੋ ਹਰ ਜਸ ਹਰ ਹਰ ਲੇਖੈ ਰਾਮ। ਜਿਹੜੇ ਰਾਮ ਦੇ ਹਰ ਹਰ ਜਸ ਨੂੰ ਲਿਖਦੇ ਆ ਪਵਿੱਤਰ ਹਰੀ ਦਾ ਜਸ ਹੈ। ਇਸ ਨੂੰ ਜਿਹੜੇ ਲਿਖਦੇ ਹੱਥ ਉਹ ਵੀ ਪਵਿੱਤਰ ਹਨ। ਇਸ ਜਨ ਕੇ ਪਾਗ ਲਿਤ ਪੂਜੀ ਹੈ ਮੇਰੀ ਹੇ ਮੇਰੀ ਜਿੰਦੜੀ। ਜਿੰਦ ਜਾਨੋ ਨਾ ਪਿਆਰਿਆਂ ਦੇ ਚਰਨਾਂ ਕਮਲਾਂ ਦਾ ਪੂਜਨ ਕਰੀਏ ਨਿਤਾ ਪਰਤੀ। ਜੋ ਮਾਰਗ ਧਰਮ ਚਲੇ ਸਹਿ ਰਾਮ। ਜਿਹੜੇ ਰਸਤੇ ਮਾਰਗ ਧਰਮ ਦੇ ਰਸਤੇ ਭਾਵ ਭਗਤੀ ਦੇ ਸੰਗਤ ਦੇ ਰਸਤੇ ਚੱਲਣਾ ਕਰਦੇ ਅਰਸਾ ਕਰਕੇ ਰਾਮ ਦੇਵ ਨਾਨਕ ਤਿਨ ਵਿਟਹੁ ਵਾਰਿਆ ਮੇਰੀ ਜਿੰਦੜੀਏ। ਉਹਨਾਂ ਦੇ ਵਿੱਚੋਂ ਉੱਪਰੋਂ ਗੁਰੂ ਸਾਹਿਬ ਜੀ ਕਹਿੰਦੇ ਸੀ ਵਾਰਨੇ ਜਾਂਦੇ ਹੈ ਮੇਰੀ ਜਿੰਦ ਜਾਨ।
ਕਰਦੇ ਸਰਦਾ ਤੇ ਵਿਸ਼ਵਾਸ ਯਾਰਾ ਤੇ ਮਨੀਸ਼ਾ ਮੰਨਦੇ ਅਰਸਾ ਕਰਕੇ ਰਾਮ ਦੇ ਨਾਮ ਨੂੰ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਉਹਨਾਂ ਦੇ ਜਿੱਤ 'ਚ ਐਸਾ ਖੜਾਓ ਪ੍ਰਾਪਤ ਹੁੰਦਾ ਹੈ। ਧਰਤੀ ਵੀ ਮਹਾਰਾਜ ਦਾ ਸਿਮਰਨ ਕਰਦੀ ਪ੍ਰਤੀਤ ਹੁੰਦੀ ਹੈ ਉਹਨਾਂ ਨੂੰ, ਅਤੇ ਆਕਾਸ਼ ਵਿੱਚ ਵੀ ਪਰਮੇਸ਼ਰ ਦਾ ਕੀਰਤਨ ਹੁੰਦਾ ਸੁਣਦਾ ਹੈ। ਸਭ ਹਰ ਹਰ ਨਾਮ ਧਿਆਵੈ ਇਹ ਸਾਰੇ ਤੱਤ ਵੀ ਹਰ ਹਰ ਨਾਮ ਨੂੰ ਧਿਆਉਂਦੇ, ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਧਰਤੀ ਵਿੱਚ ਸਾਧ ਸੰਗਤ ਜੀ ਇਹ ਗੁਣ ਹੈ। ਧਰਤੀ ਆਵਾਜ਼ ਨੂੰ ਜ਼ਰੂਰ ਖਿੱਚਦੀ ਹੈ। ਜਿੱਥੇ ਜੰਗ ਹੋਏ ਹੁੰਦੇ ਹਨ ਉੱਥੇ ਗਰਮੀ ਵਿੱਚ ਹੜ੍ਹ ਬੋਲਦੇ ਆ, ਜਿਵੇਂ ਜੰਗ ਵਾਲੇ ਬੋਲਦੇ ਮਾਰ ਲਓ, ਫੜ ਲਓ, ਕੁੱਟ ਲਓ, ਮਰ ਗਿਆ, ਤਿਹਾਇਆ ਮੈਨੂੰ ਪਾਣੀ। ਇਹ ਆਵਾਜ਼ਾਂ ਹੜ੍ਹ ਬੋਲਦੇ ਆ ਜਿੱਥੇ ਜੰਗ ਹੋ ਜਾਂਦੇ ਧਰਤੀ 'ਚ। ਕਿਉਂ? ਧਰਤੀ 'ਚ ਆਵਾਜ਼ ਪਕੜੀ ਹੋਈ ਹੁੰਦੀ ਹੈ। ਇਸੇ ਪ੍ਰਕਾਰ ਆਕਾਸ਼ ਵਿੱਚ ਵੀ ਆਵਾਜ਼ ਸਾਧ ਸੰਗਤ ਜੀ ਗੁਣ ਆਕਾਸ਼ ਦਾ ਸ਼ਬਦ ਗੁਣ ਧਾਰਨ ਦਾ ਆਕਾਸ਼ ਵਿੱਚ ਵੀ ਆਵਾਜ਼ਾਂ ਹਨਗੀਆਂ। ਅਮਰੀਕਾ ਦੇ ਲੋਕਾਂ ਨੇ ਐਸਾ ਆਲਾ ਤਿਆਰ ਕੀਤਾ ਕਿ ਹੁਣ ਜਿਹੜੀ ਅੰਜੀਲ ਆ ਇਹ ਵਿਗੜ ਚੁੱਕੀ ਹੈ, ਪਾਦਰੀਆਂ ਨੇ ਹੇਠ ਉੱਤੇ ਕਰ ਦਿੱਤੀ ਹੈ। ਜਿਵੇਂ ਈਸਾ ਦੇ ਨਾਲ ਵਰਤੀ ਹੈ ਨਾ ਅੰਜੀਲ, ਉਹ ਸਾਖੀਆਂ ਅਸੀਂ ਸਹੀ ਸਮਝ ਸਕੀਏ, ਐਸੇ ਸਮਝਣ ਵਾਸਤੇ ਉਹਨਾਂ ਨੇ ਆਲਾ ਬਣਾਇਆ ਅਮਰੀਕਾ ਵਾਲਿਆਂ ਨੇ। ਆਲਾ ਬਣਾ ਕੇ ਈਸੇ ਦੀ ਆਵਾਜ਼ ਨੂੰ ਵੱਖਰੀ ਕੱਢਣੀ ਚਾਹੁੰਦੇ ਸੀ ਉਹ, ਪਰ ਆਕਾਸ਼ ਵਿੱਚ ਇੰਨਾ ਕਾਵਾਂ ਰੌਲਾ ਪੈਂਦਾ ਸੀ ਉਹ ਵੱਖਰਾ ਈਸਾ ਦੀ ਆਵਾਜ਼ ਨੂੰ ਕੱਢ ਨਾ ਸਕੇ ਆਕਾਸ਼ ਵਿੱਚੋਂ। ਇਸ ਪ੍ਰਕਾਰ ਆਕਾਸ਼ ਵਿੱਚ ਵੀ ਸ਼ਬਦ ਧਾਰਨ ਦੀ ਤਾਕਤ ਹੈ। ਇਹ ਸਮਝ ਲਓ ਭਾਵੇਂ ਵੱਖਰਾ ਨਹੀਂ ਕਰ ਸਕੇ ਅੰਜੀਲ ਨੂੰ, ਕਿਉਂਕਿ ਈਸੇ ਦੀ ਕਿਹੜੀ ਆਵਾਜ਼ ਹੈ ਉਹ ਇਹੀ ਜਿਹੀ ਮਸ਼ੀਨ ਦੀ ਤਿਆਰ ਨਹੀਂ ਕਰ ਸਕੇ ਉਹ ਜੀ, ਜਿਸ ਨਾਲ ਈਸਾ ਦੀ ਆਵਾਜ਼ ਨੂੰ ਉਹ ਸਮਝ ਸਕਣ। ਪਰ ਤੱਤਾਂ ਵਿੱਚ ਵੀ ਆਵਾਜ਼ ਭਰੀ ਹੋਈ ਹੈ, ਸੋ ਉਸ ਆਵਾਜ਼ ਅਨੁਸਾਰ ਸੁਣੋ। ਜਿਹੜੇ ਗੁਰਮੁਖ ਹੈ ਉਹਨਾਂ ਨੂੰ ਪਰਮੇਸ਼ਰ ਦੀ ਆਵਾਜ਼ ਸੁਣਦੀ ਹੈ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਇਹ ਮੇਰੀ ਜਿੰਦ ਜਾਨ ਜਿਹੜੀ ਧਰਤੀ ਹੈ ਤੇ ਆਕਾਸ਼ ਆਦਿਕ ਹੈ। ਸਭ ਹਰ ਹਰ ਨਾਮ ਧਿਆਵੈ ਰਾਮ, ਸਾਰੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਰਾਮ ਦੇ ਨੂੰ ਧਿਆਉਂਦੇ ਹਨ। ਇੱਕ ਤਾਂ ਧਰਤੀ ਦਾ ਅਧਿਆਖ ਦੇਵਤਾ ਹੈ, ਜਿਹੜੀ ਧਰਤੀ ਗਊ ਆਦਿਕਾਂ ਦਾ ਰੂਪ ਧਾਰ ਕੇ ਫਰਿਆਦ ਕਰਦੀ ਹੈ। ਇੱਕ ਆਕਾਸ਼ ਦਾ ਸ਼ਬਦ ਗੁਣ ਧਾਰਨ ਵਾਲਾ ਅਧਿਆਖ ਦੇਵਤਾ ਹੈ। ਸਾਰੇ ਉਹ ਪਰਮੇਸ਼ਰ ਰਾਮ ਦੇ ਨਾਮ ਨੂੰ ਧਿਆਉਂਦੇ ਹਨ। ਪੌਣ ਪਾਣੀ ਬੈ ਸੰਤਰੂ ਮੇਰੀ ਜਿੰਦੜੀਏ, ਪੌਣ ਜਿਹੜਾ ਸਾਰਿਆਂ ਦੇ ਸਾਹ ਬਣਿਆ ਹੋਇਆ ਹੈ। ਬਸੰਤ ਅਗਨੀ ਜਿਹੜੀ ਸਾਰਿਆਂ ਦੀ ਜਠਰਾ ਅਗਨੀ ਹੋ ਕੇ ਅੰਨ ਹਜਮ ਕਰਦੀ ਹੈ। ਤੇ ਪਾਣੀ ਜਿਹੜਾ ਸਾਰਿਆਂ ਨੂੰ ਤੇਲ ਲਾਉਣ ਵਾਲਾ ਮੰਨਿਆ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਨਿਤ ਹਰ 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 ਜਸ ਗਾਵੈ ਰਾਮ, ਇਹ ਤਤ ਵੀ ਭਾਈ ਨਿਤਾ ਪਰਤੀ ਹਰੀ ਦੇ ਰਾਮ ਦੇ ਹਰ ਹਰ ਜਸ ਨੂੰ ਮਨਮਾਨੀ ਸਿਰ ਕਰਕੇ ਗਾਉਂਦੇ ਹਨ। ਐਸੀ ਅਵਸਥਾ ਕਦੋਂ ਆਪਣੇ ਤੇ ਪ੍ਰਾਪਤ ਹੋਵੇਗੀ, ਵਾਪਰੇਗੀ ਜਦੋਂ ਐਸਾ ਸਿਮਰਨ ਹੋਵੇਗਾ। ਤਤ ਵੀ ਸਿਮਰਨ ਕਰਦੇ ਪ੍ਰਤੀਤ ਹੋਣਗੇ। ਬਾਣ ਤਿਰਣ ਸਭ ਆਕਾਰ ਹੈ ਮੇਰੀ ਇਹ ਜਿੰਦੜੀਏ, ਬਾਣ ਸਰੀਰ ਜਿੰਨੇ ਹੋਣਗੇ, ਤਰਨ ਕੱਖ ਆਦਿਕ ਜਿੰਨੇ ਹੋਣਗੇ, ਬਣ ਬਿਰਸ਼ ਆਦਿਕ ਜਿੰਨੇ ਹੋਣਗੇ, ਜਿੰਨੇ ਸਾਰੇ ਸਰੀਰਾਂ ਦੇ ਆਕਾਰ ਹੋਣਗੇ। ਮੁਖ ਹਰ ਹਰ ਨਾਮ ਧਿਆਵੈ ਰਾਮ, ਸਾਰੇ ਜਿੰਨੇ ਮੁਖੀ ਹੈ ਉਹ ਹਰ ਹਰ ਪਰਮੇਸ਼ਰ ਨੂੰ ਨਾਮ ਨੂੰ ਮੁਖੋਂ ਰਾਮ ਦੇ ਨੂੰ ਧਿਆਉਂਦੇ ਹੈ। ਇਸੇ ਪ੍ਰਕਾਰ ਆਪਾਂ ਨੂੰ ਵੀ ਧਿਆਉਣਾ ਚਾਹੀਦਾ ਹੈ। ਬਣ ਸਰੀਰ ਅਤੇ ਤਰਨ ਇੰਦਰੀਏ ਆਦਿਕ ਸਾਰੇ ਪਰਮੇਸ਼ਰ ਦਾ ਸਿਮਰਨ ਹੁੰਦਾ ਹੈ। ਮੁਖ ਹਰ ਹਰ ਨਾਮ ਧਿਆਵੈ ਰਾਮ, ਮੁਖੀ ਜੋ ਹਰੀ ਹੈ ਰਾਮ, ਉਹਦੇ ਨਾਮ ਨੂੰ ਧਿਆਉਂਦੇ ਹਨ ਮੁਖ ਕਰਕੇ। ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ, ਸਤਿਗੁਰੂ ਜੀ ਕਹਿੰਦੇ ਨੇ ਉਹ ਹਰੀ ਦੇ ਦਰ 'ਚ ਪਹਿਨਾਇਆ ਪੁਸ਼ਾਕ, ਜਸ ਰੂਪੀ ਪੁਸ਼ਾਕ ਕਰਕੇ ਉਹ ਸਿਰੋਂ ਪਾ ਭਗਤੀ ਦੇ ਕਰਕੇ ਪਹਿਨਾਏ ਗਏ ਹਨ। ਸਿਰੋਂ ਪਾ ਦੇ ਸਹਿਤ ਹੋਏ ਵਡਿਆਏ ਗਏ ਹੈ। ਜੋ ਗੁਰਮੁਖ ਮੇਰੀ ਜਿੰਦ ਜਾਨ, ਜੋ ਗੁਰਮੁਖ ਭਗਤ ਮਨ ਲਾਵੈ ਰਾਮ, ਜਿਹੜੇ ਗੁਰਮੁਖ ਬਣ ਕੇ ਮਹਾਰਾਜ ਦੀ ਰਾਮ ਦੀ ਭਗਤੀ 'ਚ ਮਨ ਨੂੰ ਲਾਉਂਦੇ ਹੈ, ਉਹ ਸਿਰੋਂ ਪਾ ਭਗਤੀ ਭਗਤ ਸਿਰ ਪਾਉ ਦੀਓ ਪ੍ਰਭ ਨੇ ਪ੍ਰਤਾਪ ਨਾਨਕ ਪ੍ਰਭ ਜਾਤਾ। ਕਿਉਂ ਪਹਿਨਾਏ ਜਾਂਦੇ ਰਾਮ ਦੇ ਨਾਮ ਵਿੱਚ ਮਨ ਨੂੰ ਭਗਤੀ 'ਚ ਲਾਉਣ ਵਾਲੇ ਰਾਮ ਦੀ ਵਿੱਚ। ਬਾਣ ਤਿਰਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ
ਹਰ ਹਰ ਨਾਮ ਧਿਆਵੈ ਰਾਮ। ਨਾਨਕ ਤੇ ਹਰ ਦਰ ਪੈ ਲਾਇਆ ਮੇਰੀ ਹਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਵਾਹਿਗੁਰੂ ਜੀ ਕਾ ਖਾਲਸਾ।